ਮਸੀਹ ਦੀ ਸਾਰੇ ਭੈਣ ਭਰਾਵਾਂ ਨੂੰ ਪਰਮੇਸ਼ਰ ਦਾ ਧੰਨਵਾਦ ਕਰਦੇ ਜਿੰਨੇ ਵੀ ਅੱਜ ਦਾ ਵਚਨ ਸੁਣ ਜਾ ਰਹੇ ਆ। ਅੱਜ ਵਚਨ 'ਚ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਅੱਜ ਆਪਣੀ ਮਸੀਹੀ ਜ਼ਿੰਦਗੀ ਦੇ ਵਿੱਚ ਇੱਕ ਸ਼ਬਦ ਆ ਜਿਹਦਾ ਬਹੁਤ ਹੀ ਅਹਿਮ ਹਿੱਸਾ ਆ। ਉਹ ਸ਼ਬਦ ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਮਾਫੀ ਆ। ਹਾਂ, ਮਾਫੀ ਦਾ ਬਹੁਤ ਅਹਿਮ ਹਿੱਸਾ ਆ ਸਾਡੇ ਮਸੀਹੀ ਜੀਵਨ ਦੇ ਵਿੱਚ, ਪਰ ਉਸ ਤੋਂ ਵੀ ਪਹਿਲਾਂ ਜਿਹੜੀ ਚੀਜ਼ ਆਉਂਦੀ ਆ ਆਪਾਂ ਉਹਦੇ ਬਾਰੇ ਸਿੱਖਾਂਗੇ। ਉਹ ਕੀ ਹੈ? ਉਹ ਹੈ ਵਿਸ਼ਵਾਸ। ਵਿਸ਼ਵਾਸ ਕਰਨ ਤੋਂ ਬਾਅਦ ਸਾਡੀ ਜ਼ਿੰਦਗੀ ਦੇ ਵਿੱਚ ਕੀ ਆਉਂਦਾ? ਮਾਫੀ ਆਉਂਦੀ ਆ। ਹਾਲੇਲੂਇਆ। ਸਭ ਤੋਂ ਪਹਿਲਾਂ ਸਾਨੂੰ ਵਿਸ਼ਵਾਸ ਕਰਨਾ ਪੈਂਦਾ ਆ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਉੱਤੇ, ਤੇ ਜਦੋਂ ਵਿਸ਼ਵਾਸ ਕਰਦੇ ਆ ਫਿਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਸਾਡੇ ਪਾਪਾਂ ਦੀ ਖਾਤਰ ਆਪਣੀ ਜਾਨ ਸਲੀਬ ਦੇ ਉੱਤੇ ਦੇ ਦਿੱਤੀ, ਤੇ 3 ਦਿਨ ਕਬਰ ਦੇ ਵਿੱਚ ਰਹਿਣ ਤੋਂ ਬਾਅਦ ਉਹ ਜੀ ਉੱਠੇ, ਤੇ ਫਿਰ 40 ਦਿਨ ਬਾਅਦ ਸਵਰਗ 'ਚ ਉਠਾਏ ਗਏ, ਤੇ ਅੱਜ ਵੀ ਪਿਤਾ ਪਰਮੇਸ਼ਵਰ ਦੇ ਸੱਜੇ ਹੱਥ ਬੈਠੇ ਹੋਏ ਸਾਡੇ ਲਈ ਸਾਡੀਆਂ ਪ੍ਰਾਰਥਨਾਵਾਂ ਜਿਹੜੀਆਂ ਆ ਪਿਤਾ ਪਰਮੇਸ਼ਰ ਦੇ ਅੱਗੇ ਪੇਸ਼ ਕਰਦੇ ਆ। ਹਾਲੇਲੂਇਆ। ਅੱਜ ਆਪਾਂ ਵਿਸ਼ਵਾਸ ਦੇ ਬਾਰੇ ਕੁਝ ਸਿੱਖਾਂਗੇ। ਹਾਂ, ਵਿਸ਼ਵਾਸ ਦੇ ਬਾਰੇ ਆਪਾਂ ਬਹੁਤ ਕੁਝ ਸਿੱਖਿਆ। ਹਾਂ, ਆਪਾਂ ਵਿਸ਼ਵਾਸ ਦੇ ਬਾਰੇ ਜਾਣਦੇ ਹਾਂ ਕਿ ਵਿਸ਼ਵਾਸ ਕਰਨ ਨਾਲ ਹੀ ਅਸੀਂ ਪਰਮੇਸ਼ਰ ਨੂੰ ਜਾਣਿਆ, ਵਿਸ਼ਵਾਸ ਕਰਨ ਨਾਲ ਹੀ ਸਾਡੇ ਪਾਪ ਮਾਫ ਹੋਏ। ਇਸ ਤੋਂ ਇਲਾਵਾ ਵਿਸ਼ਵਾਸ ਦੇ ਬਾਰੇ ਆਪਾਂ ਬਹੁਤ ਕੁਝ ਸਿੱਖਿਆ, ਪਰ ਅਸੀਂ ਅੱਜ ਕੁਝ ਪੁਆਇੰਟ ਸਿੱਖਾਂਗੇ ਕਿ ਵਿਸ਼ਵਾਸ ਨੂੰ ਅਸੀਂ ਕਿੱਦਾਂ ਵਧਾ ਸਕਦੇ ਹਾਂ। ਉਹਦੇ ਬਾਰੇ 7 ਪੁਆਇੰਟ ਅੱਜ ਆਪਾਂ ਦੇਖਾਂਗੇ। 7 things to make your faith grow। 7 ਉਹ ਪੁਆਇੰਟ ਦੇਖਾਂਗੇ ਜਿਹੜੇ ਤੁਹਾਡੇ ਵਿਸ਼ਵਾਸ ਨੂੰ, ਮੇਰੇ ਵਿਸ਼ਵਾਸ ਨੂੰ ਵਧਾਉਣ ਦੇ ਵਿੱਚ ਮਦਦ ਕਰਦੇ ਆ। ਹਾਲੇਲੂਇਆ। ਨੰਬਰ 1, ਫੀਡ ਯੂਅਰ ਫੇਥ ਥਰੂ ਦ ਵਰਡ ਆਫ ਗॉड। ਆਪਣੇ ਵਿਸ਼ਵਾਸ ਨੂੰ ਖਵਾਓ ਵਚਨ ਦੇ ਨਾਲ। ਹਾਲੇਲੂਇਆ। ਨੰਬਰ 2, ਐਕਸਰਸਾਈਜ਼ ਯੂਅਰ ਫੇਥ ਬਾਏ ਦ ਐਕਸ਼ਨ। ਨੰਬਰ 2 'ਚ ਕੀ ਕਰਨਾ ਹੈ? ਐਕਸਰਸਾਈਜ਼ ਕਰਨੀ ਆ, ਐਕਸ਼ਨ ਲੈਣਾ ਆ ਵਿਸ਼ਵਾਸ ਦੇ ਉੱਤੇ। ਕਿਹਦੇ ਉੱਤੇ ਐਕਸ਼ਨ ਲੈਣਾ? ਜਿਹੜਾ ਵਚਨ ਪੜ੍ਹਨਾ ਆ ਉਹਦੇ ਤੇ ਐਕਸ਼ਨ ਲੈਣਾ ਆ, ਤੇ ਫਿਰ ਵੀ ਸਾਡਾ ਵਿਸ਼ਵਾਸ ਵਧਣ ਦੇ ਵਿੱਚ ਮਦਦ ਹੁੰਦੀ ਆ। ਹਾਲੇਲੂਇਆ। ਨੰਬਰ 3 ਤੇ ਆਪਾਂ ਦੇਖਦੇ ਹਾਂ ਸਪੀਕ ਟੂ ਯੂਅਰ ਫੇਥ ਟੂ ਮੇਕ ਇਟ ਗਰੋ। ਆਪਣੇ ਵਿਸ਼ਵਾਸ ਦੇ ਨਾਲ ਵਚਨ ਨੂੰ ਬੋਲਣਾ ਆ। ਹਾਲੇਲੂਇਆ। ਨੰਬਰ 4, ਫ੍ਰੀ ਯੂਅਰ ਫੇਥ ਫਰੋਮ ਨੈਗੇਟਿਵਿਟੀ। ਸ਼ੱਕ ਤੋਂ ਦੂਰ ਕਰਨਾ ਆਪਣੇ ਵਿਸ਼ਵਾਸ ਨੂੰ ਬਿਨਾਂ ਸ਼ੱਕ ਦੇ। ਹਾਲੇਲੂਇਆ। ਨੰਬਰ 5, ਬਲੀਵਿੰਗ ਦਾ ਇੰਪੋਸੀਬਲ ਐਜ਼ ਪੋਸੀਬਲ ਵਿਦ ਗॉड। ਵਿਸ਼ਵਾਸ ਕਰਨਾ ਆ ਕਿ ਪਰਮੇਸ਼ਰ ਲਈ ਕੁਝ ਵੀ ਇੰਪੋਸੀਬਲ ਨਹੀਂ, ਸਾਰਾ ਕੁਝ ਉਹਦੇ ਲਈ ਔਖਾ ਨਹੀਂਗਾ। ਪਰਮੇਸ਼ਰ ਦੇ ਲਈ ਐਵਰੀਥਿੰਗ ਪੋਸੀਬਲ ਆ ਪਰਮੇਸ਼ਰ ਦੇ ਵਾਸਤੇ। ਹਾਲੇਲੂਇਆ। ਨੰਬਰ 6 ਤੇ ਆਪਾਂ ਦੇਖਾਂਗੇ ਸ਼ੇਅਰ ਵਿਦ ਅਦਰਸ। ਪਰਮੇਸ਼ਰ ਦੇ ਵਚਨ ਨੂੰ ਦੂਜਿਆਂ ਨਾਲ ਸ਼ੇਅਰ ਕਰਨਾ, ਉਹਦੀ ਟੈਸਟਮਨੀ ਨੂੰ ਦੂਜਿਆਂ ਨਾਲ ਸ਼ੇਅਰ ਕਰਨਾ। ਨੰਬਰ 7 ਤੇ ਆਪਾਂ ਦੇਖਾਂਗੇ ਡਿਸਕਸ ਯੂਅਰ ਫੇਥ। ਕਿਹਦੇ ਨਾਲ? ਜਿਹੜਾ ਤੁਹਾਡਾ ਰਚਨਹਾਰ ਆ ਉਹਦੇ ਨਾਲ ਵੀ ਆਪਣੇ ਵਿਸ਼ਵਾਸ ਨੂੰ ਸ਼ੇਅਰ ਕਰਨਾ। ਹਾਲੇਲੂਇਆ। ਚਲੋ ਆਪਾਂ ਵਚਨ 'ਚ ਅੱਗੇ ਚੱਲਦੇ ਹਾਂ। ਹੁਣ ਵਿਸਤਾਰ ਦੇ ਨਾਲ ਆਪਾਂ ਇਹਨਾਂ 7 ਪੁਆਇੰਟ ਦੇ ਵਿੱਚ ਜਾਵਾਂਗੇ ਇੱਕ ਇੱਕ ਕਰਕੇ। ਸਾਡਾ ਵਿਸ਼ਵਾਸ ਜਿਹੜਾ ਆ ਇਹ ਇੱਕ ਔਨ ਗੋਇੰਗ ਪ੍ਰੋਜੈਕਟ ਦੇ ਵਾਂਗ ਆ, ਜਿਹੜਾ ਕਿ ਹਮੇਸ਼ਾ ਹੀ ਚੱਲਦਾ ਰਹਿੰਦਾ ਆ। ਹਾਲੇਲੂਇਆ। ਇਹ ਇਦਾਂ ਨਹੀਂ ਕਿ ਇੱਕ ਦਿਨ ਤੁਸੀਂ ਵਿਸ਼ਵਾਸ ਕਰ ਲਿਆ ਤਾਂ ਤੁਹਾਡੀ ਮਸੀਹੀ ਜ਼ਿੰਦਗੀ ਜਿਹੜੀ ਆ ਪੂਰੀ ਹੋ ਜਾਣੀ ਆ। ਨਹੀਂ, ਇਹ ਸਾਨੂੰ ਐਵਰੀ ਡੇ ਦੇ ਵਿੱਚ ਦੀ ਗੁਜ਼ਰਨਾ ਪੈਂਦਾ ਆ। ਜਦੋਂ ਸਾਡਾ ਵਿਸ਼ਵਾਸ ਘੱਟ ਹੁੰਦਾ ਆ ਤਾਂ ਫਿਰ ਅਸੀਂ ਕਮਜ਼ੋਰ ਪੈ ਜਾਂਦੇ ਆ। ਸਾਡੀ ਮਸੀਹੀ ਜ਼ਿੰਦਗੀ, ਕਈ ਲੋਕਾਂ ਦੀ ਮਸੀਹੀ ਜ਼ਿੰਦਗੀ ਖਰਾਬ ਵੀ ਹੋ ਜਾਂਦੀ ਆ ਵਿਸ਼ਵਾਸ ਘਟਣ ਦੇ ਨਾਲ, ਕਿਉਂਕਿ ਉਹ ਵਚਨ ਨਹੀਂ ਪੜ੍ਹਦੇ। ਵਿਸ਼ਵਾਸ ਜਿਹੜਾ ਆ ਇਹਨੂੰ ਆਪਾਂ ਦੇਖਦੇ ਹਾਂ ਕਿ ਇੱਕ ਬੀਜ ਵਰਗਾ ਆ, ਜਿਹੜਾ ਸਾਡੇ ਦਿਲਾਂ ਤੇ ਦਿਮਾਗ ਦੇ ਵਿੱਚ ਬੀਜਿਆ ਜਾਂਦਾ ਆ। ਹਾਲੇਲੂਇਆ। ਸਾਡੇ ਦਿਲ ਤੇ ਦਿਮਾਗ ਦੇ ਵਿੱਚ ਇੱਕ ਬੀਜ ਬੀਜਿਆ ਜਾਂਦਾ ਆ ਵਿਸ਼ਵਾਸ ਦਾ ਵਚਨ ਦੇ ਰਾਹੀਂ, ਤੇ ਇਹ ਜਿਹੜਾ ਬੀਜ ਆ ਇਹ ਆਪਣੇ ਆਉਣ ਵਾਲੇ ਸਮੇਂ ਤੇ ਫਲ ਦਿੰਦਾ ਆ। ਹਾਲੇਲੂਇਆ। ਆਪਾਂ ਇੱਕ ਵਰਸ ਪੜ੍ਹਦੇ ਹਾਂ, ਕੋਲਸੀਆਂ ਦੇ 2 ਚੈਪਟਰ ਦਾ 7ਵਾਂ ਵਰਸ ਪੜ੍ਹਦੇ ਹਾਂ। ਵਚਨ ਕਹਿੰਦਾ, ਉਸ ਦੀ ਸੰਗਤ ਵਿੱਚ ਆਪਣੇ ਆਪ ਨੂੰ ਪੱਕਿਆਂ ਕਰੋ ਅਤੇ ਉਸ ਵਿੱਚ ਹੋਰ ਵਧੋ ਫੁੱਲੋ
ਅਤੇ ਨਾਲੇ ਉਸ ਵਿਸ਼ਵਾਸ ਵਿੱਚ ਅਟਲ ਰਹੋ ਜਿਸ ਦੀ ਸਿੱਖਿਆ ਤੁਹਾਨੂੰ ਦਿੱਤੀ ਗਈ ਹੈ, ਅਤੇ ਇਸ ਦੇ ਨਾਲ ਹੀ ਤੁਹਾਡੇ ਅੰਦਰੋਂ ਧੰਨਵਾਦ ਦੀਆਂ ਜ਼ੋਰਦਾਰ ਲਹਿਰਾਂ ਉੱਠਦੀਆਂ ਰਹਿਣ। ਵਚਨ ਸਾਨੂੰ ਦੱਸਦਾ ਕਿ ਆਪਣੇ ਆਪ ਨੂੰ ਪਰਮੇਸ਼ਰ ਦੀ ਸੰਗਤ ਦੇ ਵਿੱਚ ਪੱਕਾ ਕਰੋ। ਹਾਲੇਲੂਇਆ। ਜਿਹਦੀ ਸਿੱਖਿਆ ਵਚਨ ਆਪਾਂ ਨੂੰ ਦਿੰਦਾ ਆ, ਜਿੱਦਾਂ ਵਚਨ ਦੇ ਵਿੱਚ ਲਿਖਿਆ ਹੈ ਕਿ ਉਹਦੀ ਸੰਗਤ ਤੋਂ ਸਾਨੂੰ ਬਲ ਮਿਲਦਾ ਆ, ਰਾਈਟ। ਬਲ ਮਿਲਦਾ, ਤਾਕਤ ਵੀ ਮਿਲਦੀ ਆ, ਸਟਰੈਂਥ ਵੀ ਮਿਲਦੀ ਆ, ਤੇ ਵਿਸ਼ਵਾਸ ਵੀ ਵੱਧਦਾ ਆ, ਤੇ ਨਾਲ ਨਾਲ ਉਹਦਾ ਧੰਨਵਾਦ ਕਰਦੇ ਹਾਂ ਅਸੀਂ ਫਿਰ। ਹਾਲੇਲੂਇਆ। ਹੁਣ ਇੱਥੇ ਸਵਾਲ ਉੱਠਦਾ ਆ, ਹਾਊ ਕੈਨ ਵਨ ਕਮ ਟੂ ਪੋਜੈਸ ਗਰੋ ਇਨ ਫੇਥ? ਇੱਕ ਵੱਡਾ ਵਿਸ਼ਵਾਸ ਜਿਹੜਾ ਪੂਰਨ ਵਿਸ਼ਵਾਸ ਕਿਵੇਂ ਪੈਦਾ ਹੋ ਸਕਦਾ ਆ? ਹਾਲੇਲੂਇਆ। ਜਿੱਦਾਂ ਆਪਾਂ ਪਹਿਲਾਂ ਸ਼ੇਅਰ ਕੀਤਾ ਆ ਕਿ ਜ਼ਮੀਨ ਨੂੰ ਤਿਆਰ ਕਰਨ ਨਾਲ, ਹਾਲੇਲੂਇਆ, ਬੀਜ ਬੀਜਿਆ ਜਾਂਦਾ ਤਿਆਰ ਕਰਕੇ ਜ਼ਮੀਨ ਨੂੰ। ਜ਼ਮੀਨ ਕੀ? ਸਾਡੇ ਦਿਲ ਆ, ਇਹਦੇ ਵਿੱਚ ਵਿਸ਼ਵਾਸ ਦਾ ਵਚਨ ਦਾ ਬੀਜ ਬੀਜਿਆ ਜਾਂਦਾ। ਵਿਸ਼ਵਾਸ ਦੇ ਨਾਲ ਜਦੋਂ ਅਸੀਂ ਦੁਆ ਕਰਦੇ ਹਾਂ, ਪਰਮੇਸ਼ਰ ਨੂੰ ਆਪਣੇ ਦਿਲ ਦੇ ਵਿੱਚ ਸੱਦਦੇ ਹਾਂ, ਤੇ ਫਿਰ ਸਾਡੇ ਅੰਦਰ ਵਚਨ ਬੀਜਿਆ ਜਾਂਦਾ ਆ ਐਜ਼ ਏ ਸੀਡ। ਵਚਨ ਨੂੰ ਜਿੱਦਾਂ ਜਿੱਦਾਂ ਪੜ੍ਹਦੇ ਹਾਂ, ਵਚਨ ਬੀਜਿਆ ਜਾਂਦਾ ਆ। ਫਿਰ ਉਹਦੇ ਨਾਲ ਅਸੀਂ ਪ੍ਰਾਰਥਨਾ ਕਰਦੇ ਹਾਂ। ਨੰਬਰ 1, ਵਚਨ ਪੜ੍ਹਦੇ ਹਾਂ, ਵਚਨ ਦੇ ਨਾਲ ਪ੍ਰਾਰਥਨਾ ਕਰਦੇ ਹਾਂ, ਤੇ ਰੂਹ ਦੀ ਅਗਵਾਈ 'ਚ ਚੱਲਦੇ ਹਾਂ। ਮਤਲਬ ਜਿੱਦਾਂ ਇੱਕ ਬੀਜ ਨੂੰ ਬੀਜ ਕੇ ਜ਼ਮੀਨ ਦੇ ਵਿੱਚ ਉਹਦੇ ਉੱਤੇ ਪਾਣੀ ਪਾਇਆ ਜਾਂਦਾ ਆ। ਪ੍ਰਾਰਥਨਾ ਨੂੰ ਲਾ ਲਓ ਕਿ ਤੁਸੀਂ ਪਾਣੀ ਪਾਉਂਦੇ ਆ, ਤੇ ਰੂਹ ਦੇ ਵਿੱਚ ਦੁਆ ਕਰਦੇ ਆ, ਤੇ ਉਹ ਪਾਣੀ ਜਿਹੜਾ ਉਹ ਨਮੀ ਬਣੀ ਰਹਿੰਦੀ ਆ ਸਾਡੀ, ਤੇ ਉਹ ਬੀਜ ਜਿਹੜਾ ਗਰੋ ਹੁੰਦਾ ਆ, ਤੇ ਆਪਣੇ ਸਮੇਂ ਤੇ ਉਹ ਫਲ ਲੈ ਕੇ ਆਉਂਦਾ। ਹਾਲੇਲੂਇਆ, ਹਾਲੇਲੂਇਆ। ਹੁਣ ਆਪਾਂ ਜਾਵਾਂਗੇ ਵਿਸ਼ਵਾਸ ਨੂੰ ਵਧਾਉਣ ਵਾਸਤੇ ਜਿਹੜੇ 7 ਤਰੀਕੇ ਆ ਉਹਨਾਂ ਨੂੰ ਦੇਖਾਂਗੇ। ਸਭ ਤੋਂ ਪਹਿਲਾ ਜਿਹੜਾ ਆ, ਫੀਡ ਯੂਅਰ ਫੇਥ ਥਰੂ ਦਾ ਵਰਡ ਆਫ ਗॉड। ਆਪਣੇ ਵਿਸ਼ਵਾਸ ਨੂੰ ਖਵਾਓ, ਕਿਹਦੇ ਨਾਲ? ਵਚਨ ਦੇ ਨਾਲ। ਹਾਲੇਲੂਇਆ। ਸਾਡੀ ਰੂਹ ਨੂੰ ਵਚਨ ਦੀ ਖੁਰਾਕ ਦੀ ਲੋੜ ਆ। ਜਿਸ ਤਰ੍ਹਾਂ ਸਾਡੇ ਸਰੀਰ ਨੂੰ ਰੋਟੀ ਦੀ ਲੋੜ ਆ, ਅਸੀਂ ਸਵੇਰੇ ਉੱਠੀਦਾ, ਬ੍ਰੇਕਫਾਸਟ ਕਰੀਦਾ, ਫਿਰ ਲੰਚ ਕਰੀਦਾ, ਫਿਰ ਅਸੀਂ ਆਪਣਾ ਡਿਨਰ ਕਰੀਦਾ ਆ। ਇਸੇ ਤਰ੍ਹਾਂ ਸਾਡੀ ਆਤਮਾ ਨੂੰ ਵੀ ਟਾਈਮ ਤੇ ਆਤਮਿਕ ਖੁਰਾਕ ਮਿਲਣੀ ਚਾਹੀਦੀ ਆ, ਤਾਂ ਜੋ ਅਸੀਂ ਆਤਮਿਕ ਤੌਰ ਤੇ ਤਕੜੇ ਰਹੀਏ। ਹਾਲੇਲੂਇਆ। ਕਿਉਂਕਿ ਜਦੋਂ ਅਸੀਂ ਇਹ ਖੁਰਾਕ ਨਹੀਂ ਲੈਂਦੇ, ਅਸੀਂ ਕਮਜ਼ੋਰ ਪੈ ਜਾਂਦੇ ਹਾਂ, ਤੇ ਅਸੀਂ ਕਈ ਗਲਤੀਆਂ ਕਰ ਜਾਂਦੇ ਹਾਂ। ਇਹ ਮਸੀਹੀ ਜ਼ਿੰਦਗੀ ਜਿਹੜੀ ਆ, ਇਹਨੂੰ ਪ੍ਰੈਕਟਿਸ ਕਰਦੇ ਰਹਿਣਾ ਚਾਹੀਦਾ ਐਵਰੀ ਡੇ। ਵਚਨ ਦੁਆ, ਵਚਨ ਦੁਆ। ਹਾਲੇਲੂਇਆ। ਤੇ ਸੰਗਤੀ ਵੀ ਬਹੁਤ ਜ਼ਰੂਰੀ ਆ। ਆਪਾਂ ਪੜ੍ਹਦੇ ਹਾਂ ਭਜਨ 34 ਦਾ 8ਵਾਂ ਵਰਸ। ਵਚਨ ਕਹਿੰਦਾ, ਚੱਖ ਕੇ ਦੇਖੋ ਕਿ ਪਰਮੇਸ਼ਰ ਕਿੰਨਾ ਭਲਾ ਹੈ। ਧੰਨ ਉਹ ਮਨੁੱਖ ਹੈ ਜੋ ਪ੍ਰਭੂ ਦੀ ਸ਼ਰਨ ਲੈਂਦਾ ਹੈ। ਹਾਲੇਲੂਇਆ। ਵਚਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਜਦੋਂ ਅਸੀਂ ਇਹਨੂੰ ਚੱਖਦੇ ਹਾਂ, ਤੇ ਸਾਨੂੰ ਇਹਦੇ ਨਾਲ ਸਵਾਦ ਆਉਣ ਲੱਗ ਜਾਂਦਾ ਜ਼ਿੰਦਗੀ ਦੇ ਵਿੱਚ, ਇੱਕ ਟੇਸਟ ਆ ਜਾਂਦਾ, ਕਿਉਂਕਿ ਉਹਦੇ ਵਿੱਚ ਪਰਮੇਸ਼ਰ ਦੇ ਬਾਰੇ ਲਿਖਿਆ ਹੁੰਦਾ ਆ, ਤੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਹੌਲੀ ਹੌਲੀ ਹੋਣਾ ਸ਼ੁਰੂ ਹੋ ਜਾਂਦਾ ਹੈ। ਜੋ ਅਸੀਂ ਪੜ੍ਹਦੇ ਹਾਂ, ਜਦੋਂ ਅਸੀਂ ਉਹਦੇ ਤੇ ਚੱਲਦੇ ਹਾਂ, ਉਹ ਸਾਡੀ ਜ਼ਿੰਦਗੀ ਦੇ ਵਿੱਚ ਹੋਣਾ ਸ਼ੁਰੂ ਹੋ ਜਾਂਦਾ। ਫਿਰ ਅਸੀਂ ਪ੍ਰਭੂ ਦੀ ਸ਼ਰਨ ਦੇ ਵਿੱਚ ਰਹਿਣਾ ਸ਼ੁਰੂ ਕਰਦੇ ਹਾਂ। ਕਹਿੰਦਾ, ਧੰਨ ਉਹ ਮਨੁੱਖ ਹੈ ਜੋ ਪ੍ਰਭੂ ਦੀ ਸ਼ਰਨ ਲੈਂਦਾ ਹੈ। ਹਾਲੇਲੂਇਆ। ਆਪਾਂ ਨੂੰ ਇੱਥੇ ਕੀ ਕਿਹਾ ਗਿਆ? ਧੰਨ ਜਿਨ੍ਹਾਂ ਨੇ ਪਰਮੇਸ਼ਰ ਦੀ ਸ਼ਰਨ ਲਈ ਆ। ਹਾਲੇਲੂਇਆ। ਪਰਮੇਸ਼ਰ ਦੀ ਵਡਿਆਈ ਹੋਵੇ। ਅੱਗੇ ਆਪਾਂ ਦੇਖਦੇ ਹਾਂ, ਕੁਐਸਚਨ ਉੱਠਦਾ, ਫਿਰ ਪ੍ਰਸ਼ਨ ਉੱਠਦਾ ਆ, ਹਾਊ ਡੂ ਯੂ ਨੋ ਦ ਵਿਲ ਆਫ ਗॉड ਇਜ਼ ਨੋਨ? ਤੁਹਾਨੂੰ ਕਿੱਦਾਂ ਪਤਾ ਲੱਗੂਗਾ ਪਰਮੇਸ਼ਰ ਦੀ ਮਰਜ਼ੀ ਦਾ? ਜਦੋਂ ਤੁਸੀਂ ਪਰਮੇਸ਼ਰ ਦਾ ਵਚਨ ਪੜ੍ਹੋਗੇ। ਹਾਲੇਲੂਇਆ। ਵਚਨ ਜਿਹੜਾ ਆ, ਇਹ ਜਿਉਂਦਾ ਆ। ਵਚਨ ਯਿਸੂ ਆ। ਵਚਨ ਰੂਹ ਦੀ ਖੁਰਾਕ ਆ। ਵਚਨ ਸਾਡੀ ਆਤਮਾ ਨੂੰ ਤਕੜਾ ਕਰਦਾ ਆ। ਹਾਲੇਲੂਇਆ। ਜਦੋਂ ਅਸੀਂ ਇਸ ਵਚਨ ਨੂੰ ਬਾਰ-ਬਾਰ ਪੜਾਂਗੇ ਤੇ ਦੁਆ ਕਰਾਂਗੇ ਵਚਨ ਦੇ ਅਨੁਸਾਰ, ਤਾਂ ਸਾਡੀ ਆਤਮਿਕ ਸ਼ਕਤੀ ਜਿਹੜੀ ਆ ਉਹ ਵੱਧਦੀ ਜਾਣੀ ਆ। ਅਸੀਂ ਪਵਿੱਤਰ ਆਤਮਾ ਦੇ ਵਿੱਚ ਤਕੜੇ ਹੁੰਦੇ ਜਾਣਾ ਆ। ਹਾਲੇਲੂਇਆ। ਹੁਣ ਕੁਐਸਚਨ ਉੱਠਦਾ ਆ ਇੱਥੇ ਕਿ ਤੁਸੀਂ ਰੱਬ ਦੀ ਰਜ਼ਾ ਨੂੰ ਕਿਸ ਤਰ੍ਹਾਂ ਜਾਣ ਸਕਦੇ ਹੋ? ਹਾਂ, ਕੋਈ ਫਿਕਰ ਕਰਨੇ ਦੀ ਲੋੜ ਨਹੀਂ, ਕਿਉਂਕਿ ਪਰਮੇਸ਼ਰ ਨੇ ਸਾਨੂੰ ਵਚਨ ਦਿੱਤਾ ਆ। ਅਸੀਂ ਵਚਨ ਦੇ ਰਾਹੀਂ ਪਰਮੇਸ਼ਰ ਦੀ ਇੱਛਾ ਨੂੰ ਜਾਣ ਸਕਦੇ, ਕਿਉਂਕਿ ਵਚਨ ਦੇ ਵਿੱਚ ਉਹਦੀਆਂ ਆਸ਼ਾਵਾਂ ਨੂੰ ਲਿਖਿਆ, ਉਹਦੇ ਵਾਅਦਿਆਂ ਨੂੰ ਲਿਖਿਆ ਆ।
ਤੇ ਸਾਰਾ ਕੁਝ ਜੋ ਵੀ ਸਾਨੂੰ ਮਸੀਹੀ ਜ਼ਿੰਦਗੀ ਦੇ ਵਿੱਚ ਜ਼ਰੂਰਤ ਆ, ਵਚਨ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਆ। ਕਿਉਂਕਿ ਵਚਨ ਸ਼ਬਦ ਪਰਮੇਸ਼ਰ ਆ, ਸ਼ਬਦ ਯਿਸੂ ਆ, ਸ਼ਬਦ ਰੂਹ ਦੀ ਖੁਰਾਕ ਆ, ਤੇ ਸ਼ਬਦ ਜਿਹੜਾ ਆ ਸਾਡੀ ਆਤਮਾ ਨੂੰ ਤਕੜਾ ਕਰਦਾ ਆ। ਹਾਲੇਲੂਇਆ। ਜਿੱਦਾਂ ਜਿੱਦਾਂ ਅਸੀਂ ਵਚਨ ਪੜ੍ਹਦੇ ਜਾਂਦੇ, ਅਸੀਂ ਆਤਮਕ 'ਚ ਤਕੜੇ ਹੁੰਦੇ ਜਾਂਦੇ ਆ ਤੇ ਪਰਮੇਸ਼ਰ ਦੀ ਸ਼ਕਤੀ ਜਿਹੜੀ ਆ ਉਹਦੇ ਵਿੱਚ ਵੱਧਦੇ ਜਾਂਦੇ। ਹਾਲੇਲੂਇਆ। ਅੱਗੇ ਆਪਾਂ ਦੇਖਦੇ ਆ, ਵਰਸ ਪੜ੍ਹਦੇ ਆ, ਜੌਨ ਦਾ 14ਵੇਂ ਚੈਪਟਰ ਦਾ 26ਵਾਂ ਵਰਸ। ਵਚਨ ਕਹਿੰਦਾ, ਪਰ ਫਿਰ ਮਦਦਗਾਰ ਅਰਥਾਤ ਪਵਿੱਤਰ ਆਤਮਾ ਜਿਸ ਨੂੰ ਪਿਤਾ ਮੇਰੇ ਨਾਂ ਉੱਤੇ ਘੱਲੇਗਾ, ਉਹ ਤੁਹਾਨੂੰ ਇਹ ਸਾਰੀਆਂ ਗੱਲਾਂ ਸਿਖਾਵੇਗਾ ਅਤੇ ਇਹ ਸਭ ਕੁਝ ਜੋ ਮੈਂ ਤੁਹਾਨੂੰ ਕਿਹਾ ਹੈ ਯਾਦ ਕਰਵਾਵੇਗਾ। ਹੁਣ ਕੀ ਵਚਨ ਕੀ ਕਹਿੰਦਾ? ਪ੍ਰਭੂ ਯਿਸੂ ਮਸੀਹ ਕੇ ਕਹਿੰਦੇ, ਜਾਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਹੁਣ ਜਿਸ ਨੂੰ ਮੈਂ ਪਿਤਾ ਦੇ ਨਾਂ ਉੱਤੇ ਘੱਲਾਂਗਾ, ਪਵਿੱਤਰ ਆਤਮਾ, ਉਹ ਤੁਹਾਡੀ ਮਦਦ ਕਰੂਗਾ, ਉਹ ਤੁਹਾਨੂੰ ਸਾਰੀਆਂ ਗਹਿਰੀਆਂ ਗੱਲਾਂ ਦੱਸੇਗਾ। ਇੱਥੇ ਕੀ ਆ? ਇਹਦੇ ਵਿੱਚ ਇੱਕ ਪਵਿੱਤਰ ਆਤਮਾ ਦਾ ਬਹੁਤ ਵੱਡਾ ਰੋਲ ਆ ਸਾਡੇ ਵਿਸ਼ਵਾਸ ਨੂੰ ਤਕੜਾ ਕਰਨ ਦੇ ਵਿੱਚ। ਜਿੱਦਾਂ ਜਿੱਦਾਂ ਅਸੀਂ ਵਚਨ ਪੜ੍ਹਦੇ ਹਾਂ, ਉਹਨੂੰ ਸਮਝਦੇ ਹਾਂ ਤੇ ਪਵਿੱਤਰ ਆਤਮਾ ਦੇ ਵਿੱਚ ਦੁਆ ਕਰਦੇ ਹਾਂ ਜਾਂ ਉੱਦਾਂ ਦੁਆ ਕਰਦੇ ਹਾਂ, ਤਾਂ ਸਾਡਾ ਵਿਸ਼ਵਾਸ ਜਿਹੜਾ ਆ ਉਹ ਇਨਕਰੀਜ਼ ਹੁੰਦਾ, ਵੱਧਦਾ ਆ। ਹਾਲੇਲੂਇਆ। ਤੇ ਅਸੀਂ ਆਤਮਾ ਦੀ ਸ਼ਕਤੀ 'ਚ ਵੱਧਦੇ ਹਾਂ। ਹਾਲੇਲੂਇਆ। ਨੰਬਰ 2 ਤੇ ਹੁਣ ਆਪਾਂ ਦੇਖਾਂਗੇ, ਐਕਸਰਸਾਈਜ਼ ਯੂਅਰ ਫੇਥ ਬਾਈ ਦਾ ਐਕਸ਼ਨ। ਹੁਣ ਅਸੀਂ ਕੀ ਕਰਨਾ ਆ? ਪਹਿਲਾਂ ਤਾਂ ਅਸੀਂ ਕੀ ਕੀਤਾ? ਪਹਿਲਾਂ ਅਸੀਂ ਆਪਣੇ ਫੇਥ ਨੂੰ ਫੀਡ ਕੀਤਾ, ਵਚਨ ਆਤਮਾ ਨੂੰ ਵਚਨ ਦਿੱਤਾ, ਰਾਈਟ। ਦੂਜੇ ਨੰਬਰ ਤੇ ਕੀ ਆ ਗਿਆ? ਹੁਣ ਐਕਸ਼ਨ ਕਰਨਾ ਆ। ਵਚਨ ਨਾਲ ਅਸੀਂ ਤਕੜੇ ਹੁੰਨੇ ਆ ਤੇ ਸਾਡੇ ਵਿੱਚ ਹੌਸਲਾ ਆ ਜਾਂਦਾ, ਸਾਡੇ ਵਿੱਚ ਪੋਜ਼ਿਟਿਵਿਟੀ ਆ ਜਾਂਦੀ ਆ ਕਿ ਹੁਣ ਅਸੀਂ ਪਰਮੇਸ਼ਰ ਦਾ ਵਚਨ ਆ ਕਹਿੰਦਾ ਆ ਤੇ ਹੁਣ ਅਸੀਂ ਇਹ ਕਰਨਾ ਆ। ਫਿਰ ਅਸੀਂ ਐਕਸ਼ਨ ਲੈਨੇ। ਹਾਲੇਲੂਇਆ। ਐਕਸ਼ਨ ਦਾ ਮਤਲਬ ਕਿ ਪਰਮੇਸ਼ਰ ਦੇ ਵਚਨ ਦੇ ਉੱਤੇ ਚੱਲਣਾ ਸ਼ੁਰੂ ਕਰ ਦਿੰਨੇ ਆ। ਹਾਲੇਲੂਇਆ। ਆਮੇਨ। ਹੁਣ ਆਪਾਂ ਪੜਾਂਗੇ ਇੱਥੇ ਜੌਨ ਦੇ ਬੁੱਕ ਦੇ ਵਿੱਚੋਂ, ਜੌਨ ਦੀ ਕਿਤਾਬ ਦੇ ਵਿੱਚੋਂ ਯੋਹੰਨਾ ਦੇ 8 ਤੇ 38ਵਾਂ ਵਰਸ ਪੜ੍ਹਦੇ ਹਾਂ। ਮੈਂ ਉਹੀ ਕਹਿੰਦਾ ਹਾਂ ਜੋ ਮੈਂ ਆਪਣੇ ਪਿਤਾ ਕੋਲ ਦੇਖਿਆ ਹੈ ਅਤੇ ਸਿੱਖਿਆ ਹੈ, ਪਰ ਤੁਸੀਂ ਉਹੀ ਕਰਦੇ ਹੋ ਜੋ ਤੁਸੀਂ ਆਪਣੇ ਪਿਤਾ ਕੋਲੋਂ ਸੁਣਿਆ ਹੈ। ਪਰਮੇਸ਼ਰ ਪ੍ਰਭੂ ਯਿਸੂ ਮਸੀਹ ਇੱਥੇ ਕਹਿ ਰਹੇ ਆ, ਮੈਂ ਉਹੀ ਕਰਦਾ ਆ, ਉਹੀ ਕਹਿੰਦਾ ਆ ਜੋ ਮੈਂ ਆਪਣੇ ਪਿਤਾ ਦੇ ਕੋਲੋਂ ਸਿੱਖਿਆ ਆ, ਤੇ ਤੁਸੀਂ ਉਹੀ ਕਰਦੇ ਜੋ ਤੁਸੀਂ ਆਪਣੇ ਪਿਤਾ ਕੋਲੋਂ ਸਿੱਖਿਆ ਆ। ਹੁਣ ਅਸੀਂ ਪਿਤਾ ਕੋਲੋਂ ਸੁਣਿਆ ਹੈ, ਅਸੀਂ ਵਚਨ, ਅਸੀਂ ਜੋ ਪਰਮੇਸ਼ਰ ਪਿਤਾ ਤੋਂ ਸੁਣਦੇ ਹਾਂ ਵਚਨ ਦੇ ਰਾਹੀਂ, ਉਹ ਸਾਡੇ ਨਾਲ ਬੋਲਦਾ ਆ, ਅਸੀਂ ਫਿਰ ਉਹੀ ਕਰਦੇ ਹਾਂ। ਤੇ ਪ੍ਰਭੂ ਯਿਸੂ ਕੀ ਕਰਦੇ ਸੀ? ਜੋ ਉਹਨਾਂ ਨੇ ਪਿਤਾ ਤੋਂ ਸਿੱਖ ਕੇ ਆਏ ਸੀ। ਹਾਲੇਲੂਇਆ। ਵਚਨ ਦੱਸਦਾ ਆ, ਭਜਨ 119 ਦਾ 5ਵਾਂ ਵਰਸ ਪੜਾਂਗੇ, ਤੇਰੀਆਂ ਵਿਧੀਆਂ ਦੀ ਪਾਲਣਾ ਕਰਦੇ ਸਮੇਂ ਮੇਰੇ ਪੈਰ ਸਥਿਰ ਰਹਿਣ। ਜੇ ਅਸੀਂ ਵਚਨ ਪੜ੍ਹਦੇ ਰਵਾਂਗੇ ਤਾਂ ਸਾਡੇ ਜਿਹੜੇ ਪੈਰ ਥਿੜਕਣਗੇ ਨਹੀਂ, ਅਸੀਂ ਗਲਤੀਆਂ ਨਹੀਂ ਕਰਾਂਗੇ, ਸਾਡੇ ਪੈਰ ਸਥਿਰ ਰਹਿਣਗੇ। ਹਾਲੇਲੂਇਆ। ਕਿਹਦੀਆਂ ਵਿਧੀਆਂ ਦੀ? ਪਰਮੇਸ਼ਰ ਦੇ ਵਚਨਾਂ ਦੀ ਪਾਲਣਾ ਕਰਦੇ ਸਮੇਂ ਸਾਡੇ ਪੈਰ ਜਿਹੜੇ ਆ ਖੜੇ ਰਹਿਣਗੇ, ਅਸੀਂ ਗਲਤੀਆਂ ਨਹੀਂ ਕਰਾਂਗੇ, ਅਸੀਂ ਇੱਧਰ ਉੱਧਰ ਨਹੀਂ ਭਟਕਾਂਗੇ, ਅਸੀਂ ਵਿਸ਼ਵਾਸ ਦੇ ਵਿੱਚ ਖੜੇ ਰਵਾਂਗੇ। ਹਾਲੇਲੂਇਆ। ਹੁਣ ਆਪਾਂ ਅੱਗੇ ਦੇਖਦੇ ਹਾਂ ਵੀ ਪੜ੍ਹਦੇ ਹਾਂ ਵਚਨ ਯਾਕੂਬ ਦੇ ਦੂਜੇ ਚੈਪਟਰ ਦਾ 21 ਤੇ 22 ਵਰਸ ਪੜ੍ਹਦੇ ਹਾਂ। ਕੀ ਸਾਡਾ ਪਿਤਾ ਅਬਰਾਹਮ ਅਮਲਾਂ ਦੇ ਰਾਹੀਂ ਹੀ ਪਰਮੇਸ਼ਰ ਸਾਹਮਣੇ ਉਚਿਤ ਨਹੀਂ ਠਹਿਰਾਇਆ ਗਿਆ ਸੀ, ਅਰਥਾਤ ਆਪਣੇ ਪੁੱਤਰ ਦੀ ਪਰਮੇਸ਼ਰ ਸਾਹਮਣੇ ਬਲੀ ਚੜਾਉਣ ਦੇ ਰਾਹੀਂ? ਕੀ ਤੁਸੀਂ ਦੇਖਦੇ ਨਹੀਂ ਕਿ ਉਸ ਦੇ ਵਿਸ਼ਵਾਸ ਅਤੇ ਅਮਲਾਂ ਨੇ ਇਕੱਠਿਆਂ ਮਿਲ ਕੇ ਅਸਰ ਕੀਤਾ? ਉਸ ਦਾ ਵਿਸ਼ਵਾਸ ਉਸ ਦੇ ਅਮਲ ਦੇ ਦੁਆਰਾ ਹੀ ਪੂਰਨਤਾ ਵੱਲ ਪਹੁੰਚਿਆ। ਹੁਣ ਇੱਥੇ ਆਪਾਂ ਸਾਰੇ ਜਾਣੇ ਅਬਰਾਹਮ ਦੀ ਸਟੋਰੀ ਨੂੰ ਜਾਣਦੇ ਹਾਂ ਕਿ ਕਿਸ ਤਰ੍ਹਾਂ ਉਹਨੇ ਪਰਮੇਸ਼ਰ ਤੇ ਭਰੋਸਾ ਕੀਤਾ। ਜਦੋਂ ਪਰਮੇਸ਼ਰ ਨੇ ਕਿਹਾ ਕਿ ਅਬਰਾਹਮ ਆਪਣੇ ਬੇਟੇ ਦੀ ਬਲੀ ਦੇ, ਤੇ ਉਹ ਆਪਣੇ ਬੇਟੇ ਨੂੰ ਲੈ ਕੇ ਤੁਰ ਪਿਆ। ਉਹਨੇ ਕੀ ਕੀਤਾ? ਪਰਮੇਸ਼ਰ ਤੇ ਵਿਸ਼ਵਾਸ ਉਹਦਾ ਇੰਨਾ ਤਕੜਾ ਸੀ ਕਿਉਂਕਿ ਉਹ ਪਰਮੇਸ਼ਰ ਦੀ ਉਸਤਤ ਦੇ ਵਿੱਚ ਚੱਲਦਾ ਜਾਂਦਾ ਸੀ, ਉਹ ਪਰਮੇਸ਼ਰ ਦੇ ਰਾਹਾਂ ਤੇ ਚੱਲਦਾ ਸੀ ਤੇ ਉਹਦਾ ਵਿਸ਼ਵਾਸ ਤਕੜਾ ਸੀ। ਤਾਂ ਹੀ ਉਹਨੇ ਇਹ ਸਟੈਪ ਲਿਆ, ਪਰਮੇਸ਼ਰ ਦੇ ਕਹੇ ਅਨੁਸਾਰ ਉਹਦੀ ਆਵਾਜ਼ ਸੁਣ ਕੇ ਉਹ ਆਪਣੇ ਬੇਟੇ ਨੂੰ ਲੈ ਕੇ ਚਲਾ ਗਿਆ। ਹਾਲੇਲੂਇਆ। ਉਹਦੇ ਵਿਸ਼ਵਾਸ ਦੇ ਉੱਤੇ ਕੀ ਕੀਤਾ? ਅਮਲ ਕੀਤਾ। ਪਰਮੇਸ਼ਰ ਦਾ ਵਿਸ਼ਵਾਸ ਕੀਤਾ, ਅਮਲ ਕੀਤਾ, ਮਤਲਬ ਉਹਦੇ ਤੇ ਚੱਲਿਆ, ਉਹ ਆਪਣੇ ਬੇਟੇ ਨੂੰ ਲੈ ਕੇ ਚੱਲ ਗਿਆ। ਤੇ ਉਸਨੇ ਕੀ ਕੀਤਾ? ਰਲ ਕੇ ਉਹਨੂੰ ਉਚਿਤ ਠਹਿਰਾਇਆ, ਜਿਹਦਾ ਅੱਜ ਸਾਰੇ
ਪਾਸੇ ਪ੍ਰਚਾਰ ਹੋ ਰਿਹਾ ਆ ਕਿ ਅਬਰਾਹਮ ਵਰਗਾ ਵਿਸ਼ਵਾਸ, ਸੱਚਮੁੱਚ ਉਹਦੇ ਵਰਗਾ ਵਿਸ਼ਵਾਸ ਨਹੀਂ ਕਿਸੇ ਨੇ ਦੇਖਿਆ, ਨਾ ਕੋਈ ਹੈ ਹੀ ਆ। ਕੋਈ ਆਪਣੇ ਬੱਚੇ ਦੀ ਬਲੀ ਦੇ ਸਕਦਾ ਆ ਕਿ ਜਿਹੜਾ ਉਹ ਵੀ ਉਹਨੂੰ ਬੁਢਾਪੇ ਦੇ ਵਿੱਚ ਮਿਲਿਆ ਹੋਵੇ? ਕੋਈ ਨਹੀਂ ਦੇ ਸਕਦਾ। ਅੱਜ ਦੇ ਦਿਨ ਤਾਂ ਕੋਈ ਨਹੀਂ ਦੇ ਸਕਦਾ, ਕਿਉਂਕਿ ਅਬਰਾਹਮ ਪਰਮੇਸ਼ਰ ਦੇ ਨਾਲ ਰਹਿੰਦਾ ਸੀ, ਪਰਮੇਸ਼ਰ ਦੀ ਉਪਸਥਿਤੀ 'ਚ ਚੱਲਦਾ ਸੀ, ਤਾਂ ਹੀ ਉਹਨੇ ਪਰਮੇਸ਼ਰ ਪਿਤਾ ਵਾਲਾ ਕੰਮ ਕੀਤਾ। ਪਰਮੇਸ਼ਰ ਪਿਤਾ ਨੇ ਆਪਣਾ ਪੁੱਤਰ ਪ੍ਰਭੂ ਯਿਸੂ ਮਸੀਹ ਸਾਡੇ ਲਈ ਕੁਰਬਾਨ ਕਰ ਦਿੱਤਾ, ਤੇ ਅਬਰਾਹਮ ਦੇ ਵਿੱਚ ਵੀ ਉਹਦਾ ਹੀ ਆਤਮਾ ਸੀ। ਹਾਲੇਲੂਇਆ। ਉਹ ਵੀ ਉਹਦਾ ਆਪਣੇ ਪੁੱਤਰ ਨੂੰ ਲੈ ਕੇ ਚਲ ਗਿਆ। ਹਾਲੇਲੂਇਆ। ਪਰ ਪਰਮੇਸ਼ਰ ਨੇ ਉਹਦੇ ਪੁੱਤਰ ਦੀ ਬਲੀ ਨਹੀਂ ਲਈ, ਪਰਮੇਸ਼ਰ ਨੇ ਉਹਦਾ ਪੁੱਤਰ ਉਹਨੂੰ ਵਾਪਸ ਦਿੱਤਾ ਤੇ ਉਹਦੇ ਲਈ ਲੀਲਾ ਭੇਜਿਆ। ਹਾਲੇਲੂਇਆ। ਇਹ ਪਰਮੇਸ਼ਰ ਆ। ਜਦੋਂ ਅਸੀਂ ਵਿਸ਼ਵਾਸ ਦੇ ਵਿੱਚ ਚੱਲਦੇ ਹਾਂ ਤਾਂ ਉਹ ਜੋ ਸਾਨੂੰ ਕਈ ਵਾਰ ਚੈੱਕ ਕਰਦਾ ਵਿਸ਼ਵਾਸ ਦੇ ਵਿੱਚ, ਪਰ ਉਹ ਸਭ ਕੁਝ ਕਰਨ ਦੇ ਯੋਗ ਪਰਮੇਸ਼ਰ ਆ। ਹਾਲੇਲੂਇਆ, ਹਾਲੇਲੂਇਆ। ਧੰਨਵਾਦ ਕਰਦੇ ਹਾਂ। ਅੱਗੇ ਆਪਾਂ ਪੜ੍ਹਦੇ ਕਹਾਵਤਾਂ ਦਾ 24ਵਾਂ ਚੈਪਟਰ ਦਾ 12ਵਾਂ ਵਰਸ ਪੜ੍ਹਦੇ ਹਾਂ, 11ਵਾਂ ਤੇ 12ਵਾਂ ਵਚਨ ਕਹਿੰਦਾ, ਉਸ ਮਨੁੱਖ ਦਾ ਬਚਾਅ ਕਰ ਜੋ ਅਨਿਆਂ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ। ਉਸ ਨੂੰ ਇਸ ਤਰ੍ਹਾਂ ਨਾ ਕਹਿ, ਮੇਰਾ ਇਸ ਨਾਲ ਕੀ ਵਾਸਤਾ ਹੈ। ਪਰ ਪਰਮੇਸ਼ਰ ਤੇਰੇ ਮਨ ਦੇ ਅੰਦਰ ਨੂੰ ਜਾਣਦਾ ਹੈ, ਉਹ ਤੈਨੂੰ ਦੇਖ ਰਿਹਾ ਹੈ ਅਤੇ ਤੇਰੇ ਕੀਤੇ ਅਨੁਸਾਰ ਬਦਲਾ ਦੇਵੇਗਾ। ਵਚਨ ਕਹਿੰਦਾ ਆ ਕਿ ਜਦੋਂ ਕੋਈ ਮਨੁੱਖ ਅਨਿਆਂ ਦੇ ਕਾਰਨ ਦੁੱਖ ਸਹਿੰਦਾ ਆ, ਅਨਿਆਂ ਦੇ ਕਾਰਨ ਦੁੱਖ ਸਹਿੰਦਾ, ਤੇ ਤੂੰ ਮੌਤ ਦੇ ਮੂੰਹ 'ਚ ਜਾਂਦਾ ਹੋਵੇ ਤਾਂ ਤੂੰ ਉਹਦਾ ਬਚਾਅ ਜ਼ਰੂਰ ਕਰ। ਇਹ ਕਿਹਨੂੰ ਕਿਹਾ ਗਿਆ? ਆਪਾਂ ਨੂੰ ਕਿਹਾ ਗਿਆ। ਆਪਾਂ ਨੂੰ ਜੇ ਕੋਈ ਵੀ ਬਾਹਰ ਇਹ ਨਹੀਂ ਦੇਖਣਾ ਕਿ ਮੈਂ ਇਹਨੂੰ ਜਾਣਦਾ ਕਿ ਨਹੀਂ ਜਾਣਦਾ, ਪਰ ਉਹਦੀ ਮਦਦ ਕਰਨੀ ਆ। ਜੇ ਕੋਈ ਬਿਨਾਂ ਕਿਸੇ ਜ਼ੁਲਮ ਦੇ ਦੁੱਖ ਸਹਿ ਰਿਹਾ, ਅਨਿਆਂ ਦੇ ਕਾਰਨ ਦੁੱਖ ਸਹਿ ਰਿਹਾ, ਉਹਨੂੰ ਮੌਤ ਆ ਰਹੀ ਉਹਦੇ ਉੱਤੇ, ਤੇ ਸਾਡਾ ਫਰਜ਼ ਬਣਦਾ ਕਿ ਉਹਦੀ ਮਦਦ ਕਰੀਏ। ਹਾਲੇਲੂਇਆ। ਪਰਮੇਸ਼ਰ ਕਹਿੰਦਾ ਤੇਰੇ ਕੀਤੇ ਦਾ ਤੈਨੂੰ ਬਦਲਾ ਦੇਵੇਗਾ, ਕਿਉਂਕਿ ਉਹ ਸਾਡੇ ਅੰਦਰਲੀਆਂ ਗੱਲਾਂ ਨੂੰ ਜਾਣਦਾ ਆ। ਕਹਿੰਦਾ ਤੇਰੇ ਅੰਦਰਲੇ ਮਨ ਨੂੰ ਉਹ ਜਾਣਦਾ ਆ। ਹਾਲੇਲੂਇਆ। ਤੇਰੇ ਮਨ ਦੇ ਅੰਦਰ ਨੂੰ ਉਹ ਜਾਣਦਾ ਆ। ਸਾਡੇ ਮਨ ਦੇ ਸਾਡੇ ਅੰਦਰ ਨੂੰ ਉਹ ਜਾਣਦਾ ਆ, ਤੇ ਉਹ ਸਾਨੂੰ ਇਹਦਾ ਫਲ ਦਿੰਦਾ ਆ। ਇਸ ਕਰਕੇ ਅਸੀਂ ਪਰਮੇਸ਼ਰ ਦੇ ਵਚਨ ਚੋਂ ਕੀ ਸਿੱਖਦੇ ਹਾਂ ਕਿ ਜਦੋਂ ਕੋਈ ਸਤਾਇਆ ਜਾ ਰਿਹਾ ਆ, ਕੋਈ ਕਿਸੇ ਬਿਨਾਂ ਗੁਨਾਹ ਤੋਂ ਮੌਤ ਦੇ ਮੂੰਹ ਦੇ ਵਿੱਚ ਜਾ ਰਿਹਾ, ਉਹਦੀ ਮਦਦ ਕਰਨੀ। ਹਾਲੇਲੂਇਆ। ਫਿਰ ਸਾਡਾ ਵਿਸ਼ਵਾਸ ਵੱਧਦਾ ਆ। ਕਦੋਂ ਵੱਧਦਾ? ਜਦੋਂ ਪਰਮੇਸ਼ਰ ਉਹਦਾ ਸਾਨੂੰ ਫਲ ਦਿੰਦਾ ਆ। ਆਮੇਨ। ਉਸ ਦੇ ਨਾਮ ਦੀ ਵਡਿਆਈ ਹੋਵੇ। ਹਾਲੇਲੂਇਆ। ਕਹਾਵਤਾਂ ਦੇ ਵਿੱਚ ਆਪਾਂ ਪੜਾਂਗੇ 16ਵੇਂ ਚੈਪਟਰ ਦਾ 3 ਵਰਸ, ਆਪਣੇ ਸਾਰੇ ਕੰਮ ਪ੍ਰਭੂ ਅੱਗੇ ਅਰਪਿਤ ਕਰ ਦੇਵੋ ਤਾਂ ਉਹ ਤੁਹਾਡਾ ਹਰ ਕੰਮ ਸਫਲ ਹੋਵੇਗਾ। ਕਈ ਵਾਰੀ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਲੱਗਦਾ ਹੈ ਕਿ ਇਹ ਕੰਮ ਮੇਰਾ ਸਫਲ ਨਹੀਂ ਹੋ ਰਿਹਾ, ਮੈਂ ਕਰੂੰਗਾ ਤਾਂ ਇਦਾਂ ਹੋਊਗਾ, ਉਹ ਕਰੂੰਗਾ ਤਾਂ ਇਦਾਂ ਹੋਊਗਾ, ਆਪਣੀ ਪੂਰੀ ਕੋਸ਼ਿਸ਼ ਲਾ ਦੇਦੀ, ਪਰ ਉਹ ਕੰਮ ਨਹੀਂ ਹੁੰਦਾ। ਇੱਥੇ ਵਚਨ ਦੇ ਵਿੱਚ ਲਿਖਿਆ ਕਿ ਆਪਣੇ ਸਾਰੇ ਕੰਮ ਜਿਹੜੇ ਆ ਪ੍ਰਭੂ ਦੇ ਅੱਗੇ ਅਰਪਿਤ ਕਰਦੇ। ਜਿੱਦਾਂ ਪਿਛਲੀ ਵੀਕ 'ਚ ਪਾਸਟਰ ਜੀ ਨੇ ਸੰਡੇ ਪ੍ਰਚਾਰ ਕੀਤਾ ਸੀ, ਇਜ਼ ਵੈਰੀ ਬਲੈਸਡ ਮੈਸੇਜ। ਸਾਰਿਆਂ ਨੇ ਬਹੁਤ, ਮੈਂ ਵਿਸ਼ਵਾਸ ਕਰਦੀ, ਬਰਕਤ ਪਾਈ ਹੋਊਗੀ, ਕਿਉਂਕਿ ਮੈਨੂੰ ਬਹੁਤ ਬਰਕਤ ਮਿਲੀ ਇਸ ਵਚਨ ਦੇ ਰਾਹੀਂ ਕਿ ਆਪਣੀ ਸਿਚੁਏਸ਼ਨ ਦੇ ਵਿੱਚ ਪਰਮੇਸ਼ਰ ਨੂੰ ਲੈ ਕੇ ਆਓ, ਉਹਨੂੰ ਹੱਲ ਕਰਨ ਦਿਓ। ਹਾਲੇਲੂਇਆ। ਇਸੇ ਤਰ੍ਹਾਂ ਕਹਿੰਦਾ ਆਪਣੇ ਸਾਰੇ ਕੰਮ ਜਿਹੜੇ ਪ੍ਰਭੂ ਅੱਗੇ ਅਰਪਿਤ ਕਰ ਦੇਵੋ ਤਾਂ ਤੁਹਾਡਾ ਹਰ ਕੰਮ ਸਫਲ ਹੋਵੇਗਾ। ਆਪਣੇ ਸਾਰੇ ਜਿਹੜੇ ਭਾਰ ਬੋਝ ਆ ਪਰਮੇਸ਼ਰ ਨੂੰ ਦੇ ਦਿਓ, ਤੇ ਉਹ ਸਾਡੇ ਸਾਰੇ ਭਾਰ ਬੋਝ ਜਿਹੜੇ ਆ ਉਹ ਆਪਣੇ ਢੰਗ ਨਾਲ ਸਹੀ ਕਰ ਦਊਗਾ, ਕਿਉਂਕਿ ਪਿਤਾ ਪਰਮੇਸ਼ਰ ਆ। ਪਿਤਾ ਹਮੇਸ਼ਾ ਹੀ ਚਾਹੁੰਦਾ ਮੇਰੇ ਬੱਚਿਆਂ ਦੇ ਵਾਸਤੇ ਚੰਗਾ ਹੋਵੇ। ਹਾਲੇਲੂਇਆ, ਹਾਲੇਲੂਇਆ। ਹੁਣ ਆਪਾਂ ਇੱਕ ਵਰਸ ਪੜਾਂਗੇ ਪ੍ਰਕਾਸ਼ ਦੀ ਪੋਥੀ ਚੋਂ 22ਵੇਂ ਚੈਪਟਰ ਦਾ 12ਵਾਂ ਵਰਸ। ਪ੍ਰਭੂ ਯਿਸੂ ਮਸੀਹ ਇੱਥੇ ਕਹਿ ਰਹੇ ਆ, ਦੇਖੋ ਮੈਂ ਛੇਤੀ ਹੀ ਆ ਰਿਹਾ ਹਾਂ, ਹਰ ਮਨੁੱਖ ਨੂੰ ਉਸਦੇ ਕੀਤੇ ਅਨੁਸਾਰ ਬਦਲਾ ਦੇਣ ਲਈ ਇਨਾਮ ਮੇਰੇ ਕੋਲ ਹੈ। ਹਾਲੇਲੂਇਆ। ਇੱਥੇ ਆਪਾਂ ਕੀ ਪੜ੍ਹਿਆ ਸੀ ਕਿ ਫਲ ਮਿਲਦਾ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ। ਹੁਣ ਉਹ ਕਹਿੰਦੇ ਕਿ ਹਰ ਇੱਕ ਨੂੰ ਉਹਦੇ ਕੀਤੇ ਅਨੁਸਾਰ ਬਦਲਾ ਦੇਣ ਲਈ ਇਨਾਮ ਮੇਰੇ ਕੋਲ ਆ। ਐਂਡ ਵਿੱਚ ਸਾਡਾ ਸਾਰਿਆਂ ਦਾ ਨਿਆਂ ਹੋਣਾ ਆ, ਤੇ ਪਰਮੇਸ਼ਰ ਨੇ ਸਾਨੂੰ ਉਸ ਹਿਸਾਬ ਨਾਲ ਸਾਨੂੰ ਸਾਡਾ ਅਨਿਆਂ ਹੋਣਾ ਆ। ਹਾਲੇਲੂਇਆ। ਸਾਡੇ ਗਲਤ ਕੰਮਾਂ ਦਾ ਵੀ ਤੇ ਚੰਗੇ ਕੰਮਾਂ ਦਾ ਵੀ ਨਿਆਂ ਹੋਣਾ ਆ। ਹਾਲੇਲੂਇਆ। ਜੱਜ ਕੀਤੇ ਜਾਣੇ ਆ ਅਸੀਂ। ਹਾਲੇਲੂਇਆ। ਧੰਨਵਾਦ ਕਰਦੇ ਪ੍ਰਭੂ ਦਾ।
ਵਚਨ ਦੇ ਵਿੱਚ ਲਿਖਿਆ, ਇਹ ਨਾ ਸੋਚੋ ਕਿ ਮੈਂ ਆਹ ਕੀਤਾ ਤੇ ਉਹਨੇ ਮੇਰੀ ਕਦਰ ਨਹੀਂ ਕੀਤੀ, ਮੈਂ ਉਹ ਕੀਤਾ ਤਾਂ ਉਹਨੇ ਮੇਰੀ ਕਦਰ ਨਹੀਂ ਕੀਤੀ। ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਕਮਜ਼ੋਰ ਪੈ ਜਾਂਦੇ, ਅਸੀਂ ਬੰਦਿਆਂ ਤੋਂ ਫਲ ਦੀ ਆਸ ਰੱਖਦੇ ਹਾਂ ਕਿ ਮੈਨੂੰ ਕੋਈ ਇਹਦੇ ਬਦਲੇ 'ਚ ਰਿਸਪੈਕਟ ਦੇਵੇ, ਜਾਂ ਕਈ ਵਾਰ ਕੋਈ ਸੋਚਦੇ ਕਿ ਮੈਨੂੰ ਇਹਦੇ ਬਦਲੇ 'ਚ ਕੋਈ ਮੇਰੇ ਲਈ ਇਦਾਂ ਦਾ ਕਰੇ। ਨਹੀਂ, ਇਹ ਨਹੀਂ ਸੋਚਣਾ, ਕਿਉਂਕਿ ਆਪਾਂ ਕਿਹਦੇ ਲਈ ਕਰ ਰਹੇ ਹਾਂ? ਆਪਾਂ ਪਰਮੇਸ਼ਰ ਦੇ ਵਾਸਤੇ ਕਰ ਰਹੇ ਹਾਂ। ਵਚਨ ਕਹਿੰਦਾ ਆ, ਮਸੀਹ ਦੇ ਵਿੱਚ ਤੇਰੀ ਦੌੜ ਵਿਅਰਥ ਨਹੀਂ ਗਈ। ਜੋ ਵੀ ਆਪਾਂ ਮਸੀਹ ਦੇ ਵਿੱਚ ਕਰਦੇ ਹਾਂ, ਹਰ ਇੱਕ ਚੀਜ਼ ਦਾ ਸਾਨੂੰ ਇਨਾਮ ਫਲ ਮਿਲਦਾ ਆ। ਹਾਲੇਲੂਇਆ। ਲੱਗੇ ਰਹੀਏ ਰਾਤ ਦਿਨ ਸੇਵਾ ਦੇ ਵਿੱਚ। ਹਾਲੇਲੂਇਆ। ਨੰਬਰ 3, ਤੀਜੇ ਪੁਆਇੰਟ ਤੇ ਆਪਾਂ ਦੇਖਾਂਗੇ। ਹੁਣ ਆਪਾਂ ਪਹਿਲੇ ਨੰਬਰ ਤੇ ਆਪਣੇ ਵਿਸ਼ਵਾਸ ਨੂੰ ਖੁਆਇਆ ਵਚਨ ਦੇ ਨਾਲ। ਹਾਲੇਲੂਇਆ। ਫਿਰ ਉਹਦੀ ਐਕਸਰਸਾਈਜ਼ ਕਰਨੀ ਸਿੱਖੀ ਕਿ ਅਸੀਂ ਐਕਸ਼ਨ ਕਿੱਦਾਂ ਲੈਣਾ ਆ, ਉਹਦੇ ਤੇ ਚੱਲਣਾ ਕਿੱਦਾਂ, ਜਿੱਦਾਂ ਵਚਨ ਕਹਿੰਦਾ। ਤੀਜੇ ਨੰਬਰ ਤੇ ਆਪਾਂ ਦੇਖਦੇ ਹਾਂ ਕਿ ਆਪਣੇ ਸਪੀਕ ਟੂ ਯੂਅਰ ਫੇਥ ਟੂ ਮੇਕ ਇਟ ਗਰੋ। ਹਾਲੇਲੂਇਆ। ਵਿਸ਼ਵਾਸ ਨਾਲ ਬੋਲਣਾ ਵੀ ਤੁਹਾਡੇ ਵਿਸ਼ਵਾਸ ਨੂੰ ਵਧਾਉਂਦਾ ਆ। ਜਦੋਂ ਅਸੀਂ ਵਿਸ਼ਵਾਸ ਦੇ ਨਾਲ ਵਚਨਾਂ ਨੂੰ ਬੋਲਦੇ ਹਾਂ, ਬਿਨਾਂ ਵਿਸ਼ਵਾਸ ਤੋਂ ਅਸੀਂ ਬੋਲ ਨਹੀਂ ਸਕਦੇ। ਜਦੋਂ ਅਸੀਂ ਬੋਲਦੇ ਨਹੀਂਗੇ ਤਾਂ ਅਸੀਂ ਇੱਕ ਅਪੰਗ ਵਰਗੇ ਹਾਂ, ਅਪਾਹਜ ਵਰਗੀ ਸਾਡੀ ਜ਼ਿੰਦਗੀ ਹੋ ਜਾਂਦੀ ਆ। ਫਿਰ ਸਾਡੀ ਮਸੀਹੀ ਜ਼ਿੰਦਗੀ ਜਿਹੜੀ ਆ ਐਕਸ਼ਨ ਤੋਂ ਬਿਨਾਂ ਵਿਅਰਥ ਆ, ਇੱਕ ਅਪਾਹਜ ਆ ਅਸੀਂ। ਪਰਮੇਸ਼ਰ ਦਾ ਵਚਨ ਕਹਿੰਦਾ, ਮੰਗੋ ਤੇ ਦਿੱਤਾ ਜਾਵੇਗਾ, ਖੜਕਾਓ ਤੇ ਖੋਲ੍ਹਿਆ ਜਾਵੇਗਾ। ਮੰਗਣ ਵਾਸਤੇ ਕੀ ਕਰਨਾ ਪੈਣਾ? ਮੂੰਹ ਖੋਲ੍ਹਣਾ ਪੈਣਾ। ਖੜਕਾਉਣ ਦੇ ਵਾਸਤੇ ਆਪਾਂ ਨੂੰ ਆਵਾਜ਼ ਦੇਣੀ ਪੈਣੀ। ਹਾਲੇਲੂਇਆ। ਹੁਣ ਆਪਾਂ ਅੱਗੇ ਦੇਖਦੇ ਹਾਂ 2 ਕੁਰਿੰਥੀਆਂ ਦਾ, ਆਪਾਂ ਪੜ੍ਹਦੇ ਹਾਂ 4ਥੇ ਚੈਪਟਰ ਦਾ 13ਵਾਂ ਵਰਸ। ਹਾਲੇਲੂਇਆ। ਧਰਮ ਗ੍ਰੰਥ ਵਿੱਚ ਲਿਖਿਆ ਹੈ, ਮੇਰੇ ਕੋਲ ਵਿਸ਼ਵਾਸ ਹੈ ਇਸ ਲਈ ਮੈਂ ਬੋਲਦਾ ਹਾਂ। ਸਾਡੇ ਕੋਲ ਵੀ ਵਿਸ਼ਵਾਸ ਹੈ, ਇਸ ਲਈ ਅਸੀਂ ਵੀ ਬੋਲਦੇ ਹਾਂ, ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਸ ਨੇ ਪ੍ਰਭੂ ਨੂੰ ਜਿੰਦਾ ਕੀਤਾ, ਸਾਨੂੰ ਵੀ ਯਿਸੂ ਦੇ ਨਾਲ ਜਿੰਦਾ ਕਰੇਗਾ ਅਤੇ ਤੁਹਾਡੇ ਸੰਗ ਉਹ ਸਾਹਮਣੇ ਪੇਸ਼ ਕਰੇਗਾ। ਹਾਲੇਲੂਇਆ। ਹਾਲੇਲੂਇਆ। ਇੱਥੇ ਕੀ ਆ? ਵਿਸ਼ਵਾਸ ਜਿਹੜਾ ਆ, ਵਿਸ਼ਵਾਸ ਦੀ ਦਲੇਰੀ ਜਿਹੜੀ ਆ ਸਾਡੇ ਲਈ ਦਰਵਾਜ਼ੇ ਖੋਲ ਦਿੰਦੀ ਆ। ਹਨਾ, ਆਪਾਂ ਦੇਖਿਆ, ਕਹਿੰਦਾ ਮੇਰੇ ਕੋਲ ਵਿਸ਼ਵਾਸ ਹੈ ਇਸ ਲਈ ਮੈਂ ਬੋਲਦਾ ਹਾਂ, ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਿਸ ਨੇ ਪ੍ਰਭੂ ਨੂੰ ਜਿੰਦਾ ਕੀਤਾ, ਸਾਨੂੰ ਵੀ ਯਿਸੂ ਦੇ ਨਾਲ ਇੱਕ ਦਿਨ ਜਿੰਦਾ ਕਰੇਗਾ। ਉਹ ਕੌਣ ਆ? ਪਰਮੇਸ਼ਰ। ਜਿਹਨੇ ਪ੍ਰਭੂ ਯਿਸੂ ਨੂੰ ਮੁਰਦਿਆਂ ਦੇ ਵਿੱਚੋਂ ਜਿੰਦਾ ਕੀਤਾ, ਤੇ ਉਹ ਪਰਮੇਸ਼ਰ ਸਾਨੂੰ ਵੀ ਇੱਕ ਦਿਨ ਜਿੰਦਾ ਕਰੇਗਾ। ਮੁਕਤੀ ਦੀ ਆਸ ਦਿੱਤੀ ਆ ਪ੍ਰਭੂ ਯਿਸੂ ਨੇ ਸਾਡੀ ਖਾਤਰ ਮੌਤ ਚੱਕ ਕੇ। ਤੇ ਸਾਡਾ ਵਿਸ਼ਵਾਸ ਕੀ ਕਹਿੰਦਾ ਆ? ਕਿ ਅਸੀਂ ਵੀ ਇੱਕ ਦਿਨ ਜੀਵਾਂਗੇ ਉਹਦੇ ਨਾਲ। ਹਾਲੇਲੂਇਆ। ਹਾਲੇਲੂਇਆ। ਅਸੀਂ ਇਸ ਵਚਨ ਨੂੰ ਬੋਲਣਾ ਆ। ਇੱਥੇ ਅੱਗੇ ਆਪਾਂ ਦੇਖਦੇ ਹਾਂ 1 ਤਿਮੋਥੀ 3:13 ਵਰਸ ਪੜਾਂਗੇ। ਉਹ ਜੋ ਚੰਗੀ ਸੇਵਾ ਦਿੰਦੇ ਹਨ ਆਪਣੇ ਲਈ ਉੱਚੀ ਥਾਂ ਪ੍ਰਾਪਤ ਕਰਦੇ ਹਨ, ਅਤੇ ਉਹ ਮਸੀਹ ਯਿਸੂ ਦੇ ਸੰਬੰਧੀ ਵਿਸ਼ਵਾਸ ਬਾਰੇ ਪੂਰੀ ਸੁਤੰਤਰਤਾ ਨਾਲ ਬੋਲ ਸਕਦੇ ਹਨ। ਵਚਨ ਇੱਥੇ ਕਹਿੰਦਾ ਕਿ ਜੋ ਚੰਗੀ ਸੇਵਾ ਦਿੰਦੇ ਹਨ, ਜੋ ਪਰਮੇਸ਼ਰ ਦੀ ਸੇਵਾ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਦਿੰਦੇ ਆ, ਕਹਿੰਦਾ ਆਪਣੇ ਲਈ ਉੱਚੀ ਥਾਂ ਪ੍ਰਾਪਤ ਕਰਦੇ ਆ। ਪਰਮੇਸ਼ਰ ਸਾਡੇ ਤੋਂ ਕੀ ਉਮੀਦ ਰੱਖਦਾ? ਕਿ ਅਸੀਂ ਪਰਮੇਸ਼ਰ ਦੀ ਚੰਗੀ ਸੇਵਾ ਕਰੀਏ ਤੇ ਉੱਚੀ ਥਾਂ ਪ੍ਰਾਪਤ ਕਰੀਏ। ਹਾਲੇਲੂਇਆ। ਇੱਥੇ ਵਚਨ ਸਾਨੂੰ ਕਹਿੰਦਾ ਆਪਾਂ ਇਹਦੇ ਤੇ ਕੀ ਕਰਨਾ? ਐਕਸ਼ਨ ਲੈਣਾ ਆ, ਚੰਗੀ ਸੇਵਾ ਦੇਣੀ ਆ। ਕਹਿੰਦਾ ਉਹ ਜਿਹੜੇ ਚੰਗੀ ਸੇਵਾ ਕਰਦੇ ਆ, ਉਹ ਪਰਮੇਸ਼ਰ ਦੇ ਬਾਰੇ ਚੰਗੀ ਸੁਤੰਤਰਤਾ ਦੇ ਨਾਲ, ਆਜ਼ਾਦੀ ਦੇ ਨਾਲ ਬੋਲ ਸਕਦੇ। ਜਿਸ ਤਰ੍ਹਾਂ ਆਪਾਂ ਵਚਨ ਸ਼ੇਅਰ ਕਰ ਰਹੇ ਹਾਂ, ਪਰਮੇਸ਼ਰ ਦੇ ਬਾਰੇ ਚੰਗੀ ਤਰ੍ਹਾਂ ਬੋਲਣਾ ਹੈ। ਨਾ ਸਾਨੂੰ ਕਿਸੇ ਚੀਜ਼ ਦਾ ਡਰ, ਨਾ ਸਾਨੂੰ ਕਿਸੇ ਮੌਤ ਦਾ ਡਰ, ਨਾ ਸਾਨੂੰ ਕਿਸੇ ਇਨਸਾਨ ਦਾ ਡਰ, ਕਿਉਂਕਿ ਸਾਨੂੰ ਪਤਾ ਹੈ ਜਿਹਦਾ ਅਸੀਂ ਪ੍ਰਚਾਰ ਕਰ ਰਹੇ ਹਾਂ ਉਹ ਭਰੋਸੇਯੋਗ ਪਰਮੇਸ਼ਰ ਆ। ਹਾਲੇਲੂਇਆ। ਉਹਨੇ ਸਾਨੂੰ ਆਜ਼ਾਦੀ ਦਿੱਤੀ ਇਸ ਨੂੰ ਬੋਲਣ ਦੀ। ਆਮੇਨ। ਹਾਲੇਲੂਇਆ। ਹੁਣ ਨੰਬਰ 4 ਤੇ ਆਪਾਂ ਪੜ੍ਹਦੇ ਹਾਂ, free your faith from negativity। ਹਾਲੇਲੂਇਆ। ਜਦੋਂ ਅਸੀਂ ਬੋਲਣਾ ਸ਼ੁਰੂ ਕਰ ਦਿੰਨੇ ਆ, ਤੀਜੇ ਪੁਆਇੰਟ 'ਚ ਆਪਾਂ ਦੇਖਿਆ, ਫਿਰ ਸਾਡਾ ਜਿਹੜਾ ਫੇਥ ਆ ਉਹ ਜਿਹੜਾ ਨੈਗੇਟਿਵਿਟੀ ਤੋਂ ਫ੍ਰੀ ਹੋਣਾ ਸ਼ੁਰੂ ਹੁੰਦਾ ਆ। ਹਾਲੇਲੂਇਆ। ਹਾਲੇਲੂਇਆ। ਨੰਬਰ ਵਾਈਜ਼ ਅਸੀਂ ਗਰੋ ਹੁੰਦੇ ਜਾਂਦੇ ਆਪਣੇ ਵਿਸ਼ਵਾਸ ਦੇ ਵਿੱਚ। ਹਾਲੇਲੂਇਆ। ਯਾਕੂਬ ਦੇ ਪਹਿਲੇ ਚੈਪਟਰ ਦੇ 6ਵੇਂ ਵਰਸ ਦੇ ਵਿੱਚ ਲਿਖਿਆ ਆ, ਪਰ ਉਹ ਆਦਮੀ ਮੰਗੇ ਵਿਸ਼ਵਾਸ ਨਾਲ ਬਿਨਾਂ ਕਿਸੇ ਸ਼ੱਕ ਕੀਤੇ, ਕਿਉਂਕਿ ਸ਼ੱਕੀ ਆਦਮੀ ਸਮੁੰਦਰ ਦੀ ਲਹਿਰ ਵਰਗਾ ਹੈ ਜਿਸ ਨੂੰ ਹਵਾ ਇੱਧਰ ਉੱਧਰ ਉਛਾਲਦੀ ਹੈ। ਇੱਥੇ ਆਪਾਂ ਦੇਖਦੇ ਹਾਂ ਕਿ ਜਿਹੜੀ ਸ਼ੱਕ ਆ ਉਹ ਕਮਜ਼ੋਰੀ ਆ। ਇੱਕ ਆਪਣੇ ਵਿਸ਼ਵਾਸ ਨੂੰ ਬਚਨ ਦੇ ਰਾਹੀਂ ਨੈਗੇਟਿਵਿਟੀ
ਨੈਗੇਟਿਵਿਟੀ ਤੋਂ ਆਪਾਂ ਮੁਕਤ ਕਰ ਸਕਦੇ ਹਾਂ। ਹਾਲੇਲੂਇਆ। ਨੈਗੇਟਿਵਿਟੀ ਕਿਹਨੂੰ ਕਿਹਾ ਗਿਆ? ਸ਼ੱਕ ਤੋਂ। ਵਿਸ਼ਵਾਸ ਜਿਹੜਾ ਬਿਨਾਂ ਸ਼ੱਕ ਤੋਂ ਵਿਸ਼ਵਾਸ ਹੋਣਾ ਚਾਹੀਦਾ, ਕੋਈ ਡਾਊਟ ਨਹੀਂ ਚਾਹੀਦਾ। ਇਹ ਨਹੀਂ ਹੋਇਆ ਕਿ ਪ੍ਰਭੂ ਖਰੇ ਕਰੂਗਾ ਕਿ ਨਹੀਂ ਕਰੂਗਾ, ਚਲੋ ਦੁਆ ਕਰ ਲੈਂਦੇ ਆ ਸ਼ਾਇਦ ਪਰਮੇਸ਼ਰ ਇਹ ਸੁਣੀ ਲਵੇ। ਇਦਾਂ ਨਹੀਂ, ਬਿਨਾਂ ਸ਼ੱਕ ਤੋਂ। ਜਦੋਂ ਆਪਾਂ ਪਹਿਲੇ 3 ਪੁਆਇੰਟ ਪੂਰੇ ਕਰ ਲੈਂਦੇ ਆ ਤੇ ਪੁਆਇੰਟ ਬਾਈ ਪੁਆਇੰਟ ਵੱਧਦੇ ਜਾਂਦੇ ਆ ਤਾਂ ਚੌਥਾ ਪੁਆਇੰਟ ਜਿਹੜਾ ਸਾਡੀ ਸ਼ੱਕ ਚਲੀ ਜਾਂਦੀ ਆ। ਹਾਲੇਲੂਇਆ। ਇਹਨੂੰ ਸ਼ੱਕ ਨੂੰ ਦੂਰ ਕਰਨ ਵਾਸਤੇ ਸਾਨੂੰ ਪਹਿਲੇ 3 ਪੁਆਇੰਟਾਂ ਦੇ ਵਿੱਚ ਦੀ ਪੂਰੀ ਤਰ੍ਹਾਂ ਗੁਜ਼ਰ ਕੇ ਜਾਣਾ ਪੈਣਾ ਆ। ਮੈਂ ਵਿਸ਼ਵਾਸ ਕਰਦੀ ਹਾਂ ਕਿ ਇਹ ਵਚਨ ਤੁਹਾਡੀ ਮਦਦ ਕਰੂਗਾ ਸਟੈਪ ਬਾਈ ਸਟੈਪ ਗਰੋ ਹੋਣ ਦੀ। ਜਿਹੜੇ ਨਵੇਂ ਵਿਸ਼ਵਾਸੀ ਵੀ ਆ, ਜਿਹੜੇ ਪੁਰਾਣੇ ਵੀ ਆ, ਆਪਾਂ ਵੀ, ਸਾਡੀ ਵੀ ਮਦਦ ਕਰਦਾ, ਕਿਉਂਕਿ ਪਰਮੇਸ਼ਰ ਦਾ ਵਚਨ ਕਦੀ ਵੀ ਪੁਰਾਣਾ ਨਹੀਂ ਹੁੰਦਾ, ਨਿਤ ਨਵਾਂ ਆ, ਨਵੀਆਂ ਬਰਕਤਾਂ ਦਿੰਦਾ। ਸ਼ਾਇਦ ਜਦੋਂ ਤੁਸੀਂ ਪੜੋਗੇ ਤੇ ਤੁਹਾਡੇ ਤੇ ਹੋਰ ਨਵੀਂ ਰੈਵਲੇਸ਼ਨ ਖੁੱਲ ਜਾਵੇਗੀ। ਹਾਲੇਲੂਇਆ, ਹਾਲੇਲੂਇਆ। ਧੰਨਵਾਦ ਕਰਦੀ। ਇੱਕ ਸ਼ੱਕੀ ਆਦਮੀ ਜਿਹੜਾ ਆ, ਉਹ ਕਹਿੰਦੇ ਕਿ ਹਵਾ ਵਰਗਾ ਆ, ਉਹ ਇੱਕ ਲਹਿਰ ਵਰਗਾ ਆ, ਜਿਹੜੀ ਪਾਣੀ ਦੀ ਲਹਿਰ ਆ, ਇੱਧਰ ਉੱਧਰ ਉਛਲਦੀ ਫਿਰਦੀ ਆ ਜਿੱਦਾਂ। ਉਹਦੇ ਵਾਂਗੂ ਉਹ ਕਿਸੇ ਪਾਸੇ ਖੜਾ ਨਹੀਂ ਰਹਿ ਸਕਦਾ, ਉਹ ਟਿਕਦਾ ਨਹੀਂਗਾ ਤੇ ਉਹ ਕਿਸੇ ਟਿਕਾਣੇ ਵੀ ਨਹੀਂ ਲੱਗਦਾ, ਉਹ ਹਮੇਸ਼ਾ ਕਨਫਿਊਜ਼ ਹੀ ਰਹਿੰਦਾ ਆ, ਉਹਨੂੰ ਕੋਈ ਮੰਜ਼ਿਲ ਨਹੀਂ ਮਿਲਦੀ। ਇਸ ਕਰਕੇ ਸਾਨੂੰ ਸਥਿਰ ਰਹਿਣਾ ਸਿੱਖਣਾ ਪੈਣਾ, ਵਿਸ਼ਵਾਸ ਦੇ ਵਿੱਚ ਖੜੇ ਹੋਣਾ ਸਿੱਖਣਾ ਪੈਣਾ ਆ। ਹਰ ਇੱਕ ਤਰ੍ਹਾਂ ਦੀ ਸ਼ੱਕ ਨੂੰ ਕੱਢ ਦਿਓ। ਜੇ ਤੁਸੀਂ ਖੜੇ ਹੋ ਜਾਂਦੇ ਆ ਪਰਮੇਸ਼ਰ ਦੇ ਵਿੱਚ ਤੇ ਪਰਮੇਸ਼ਰ ਹਰ ਇੱਕ ਤੂਫਾਨ ਨੂੰ ਤੁਹਾਡੇ ਅੱਗਿਓਂ ਮੂਵ ਕਰ ਦਊਗਾ, ਕਿਉਂਕਿ ਉਹ ਸ਼ਕਤੀਸ਼ਾਲੀ ਪਰਮੇਸ਼ਰ ਆ। ਹਾਲੇਲੂਇਆ, ਹਾਲੇਲੂਇਆ। ਅੱਗੇ ਆਪਾਂ 5ਵਾਂ ਆਪਾਂ ਪੜਾਂਗੇ, ਇੱਕ ਵਰਸ ਹੋਰ ਪੜਾਂਗੇ, ਮੱਤੀ ਦੇ 21 ਦਾ 21 ਕੀ ਕਹਿੰਦਾ ਆ। ਯਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਸੱਚ ਜਾਣੋ, ਜੇਕਰ ਤੁਸੀਂ ਵਿਸ਼ਵਾਸ ਕਰੋ ਅਤੇ ਸ਼ੱਕ ਨਾ ਕਰੋ ਤਾਂ ਤੁਸੀਂ ਕੇਵਲ ਇਹ ਹੀ ਨਹੀਂ ਕਰ ਸਕੋਗੇ ਜੋ ਮੈਂ ਇਸ ਅੰਜੀਰ ਦੇ ਰੁੱਖ ਨਾਲ ਕੀਤਾ, ਸਗੋਂ ਜੇਕਰ ਤੁਸੀਂ ਇਸ ਪਹਾੜ ਨੂੰ ਕਹੋ ਉੱਠ ਅਤੇ ਸਮੁੰਦਰ ਵਿੱਚ ਪੈ ਜਾਓ ਤਾਂ ਉਹ ਹੋ ਜਾਵੇਗਾ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪ੍ਰਭੂ ਯਿਸੂ ਮਸੀਹ ਨੇ ਅੰਜੀਰ ਦੇ ਰੁੱਖ ਦੇ ਨਾਲ ਕੀ ਕੀਤਾ ਸੀ। ਜਦੋਂ ਪਰਮੇਸ਼ਰ ਨੇ ਦੇਖਿਆ ਕਿ ਹਰਾ ਭਰਾ ਰੁੱਖ ਆ ਕੇ ਬੈਠੇ ਤੇ ਉਹਨਾਂ ਨੇ ਕਿਹਾ ਕਿ ਇਹਦੇ ਤੇ ਕੋਈ ਸ਼ਾਇਦ ਫਲ ਹੋਊਗਾ ਤੇ ਜਿਹੜਾ ਅਸੀਂ ਖਾਵਾਂਗੇ, ਉਹਦੇ ਤੇ ਕੋਈ ਫਲ ਨਹੀਂ ਸੀ। ਤੇ ਫਿਰ ਉਹਨਾਂ ਨੇ ਕੀ ਕੀਤਾ ਸੀ, ਉਹਨੂੰ ਸ਼ਰਾਪ ਦਿੱਤਾ ਸੀ ਤੇ ਉਹ ਅੰਜੀਰ ਦਾ ਰੁੱਖ ਜਿਹੜਾ ਸੁੱਕ ਗਿਆ ਸੀ। ਇਸੇ ਤਰ੍ਹਾਂ ਮਸੀਹ ਦੇ ਵਿੱਚ ਜਿਹੜੀ ਡਾਹਣੀ ਫਲ ਨਹੀਂ ਦਿੰਦੀ, ਜਿਹੜਾ ਵੀ ਅੰਗ ਜਿਹੜਾ ਫਲ ਨਹੀਂ ਦਿੰਦਾ, ਉਹਨੂੰ ਕੱਟ ਦਿੱਤਾ ਜਾਂਦਾ ਆ। ਪਰਮੇਸ਼ਰ ਕਹਿੰਦਾ ਕਿ ਜਿਸ ਤਰ੍ਹਾਂ ਅੰਜੀਰ ਦੇ ਰੁੱਖ ਦੇ ਨਾਲ ਹੋਇਆ ਆ, ਜੇ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਆ ਤਾਂ ਤੁਸੀਂ, ਜੇ ਕੋਈ ਪਹਾੜ ਆ, ਕੋਈ ਮੁਸੀਬਤ ਆ ਇੰਨੀ ਵੱਡੀ ਆ, ਤੁਹਾਨੂੰ ਲੱਗਦਾ ਕਿ ਇਹ ਦੂਰ ਨਹੀਂ ਹੋ ਸਕਦੀ, ਜਿਸ ਤਰ੍ਹਾਂ ਬੰਦੇ ਦੀ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਪਹਾੜ ਨੂੰ ਨਹੀਂ ਮੂਵ ਕਰ ਸਕਦੇ, ਇੱਦਾਂ ਦੀ ਪਹਾੜ ਵਰਗੀ ਕੋਈ ਮੁਸੀਬਤ ਆ ਤੁਸੀਂ ਨਹੀਂ ਮੂਵ ਕਰ ਸਕਦੇ। ਪਰ ਜੇ ਤੁਸੀਂ ਵਿਸ਼ਵਾਸ ਕਰਦੇ ਆ ਵਚਨਾਂ ਤੇ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ, ਇਸ ਮੁਸੀਬਤ ਨੂੰ ਕਹੋਗੇ ਮੂਵ ਹੋ ਜਾ, ਤਾਂ ਉਹ ਸਮੁੰਦਰ ਦੇ ਵਿੱਚ ਜਾ ਕੇ ਪੈ ਜਾਊਗੀ, ਉਹ ਖਤਮ ਹੋ ਜਾਊਗੀ। ਹੋਣਾ ਕਦੋਂ? ਜਦੋਂ ਸ਼ੱਕ ਨਹੀਂ ਹੋਣੀ, ਪੂਰਾ ਵਿਸ਼ਵਾਸ ਹੋਣਾ ਆ। ਇਸ ਕਰਕੇ ਸਾਨੂੰ ਕੀ ਕਰਨਾ ਚਾਹੀਦਾ ਆ? ਆਪਣੇ ਵਿਸ਼ਵਾਸ ਨੂੰ ਨੈਗੇਟਿਵਿਟੀ ਤੋਂ ਬਚਾਉਣਾ ਚਾਹੀਦਾ, ਸ਼ੱਕ ਤੋਂ ਬਚਾਉਣਾ ਚਾਹੀਦਾ ਆ। ਜੇ ਵਿਸ਼ਵਾਸ ਨਾਲ ਪ੍ਰਾਰਥਨਾ ਹੋਵੇਗੀ ਤਾਂ ਸੁਣੀ ਜਾਵੇਗੀ। ਸ਼ੱਕ ਨਾਲ ਪ੍ਰਾਰਥਨਾ ਜੇ ਕਰਦੇ ਆ ਤਾਂ ਉਹ ਪ੍ਰਾਰਥਨਾ ਨਹੀਂ ਸੁਣੀ ਜਾਂਦੀ। ਫਿਰ ਅਸੀਂ, ਕਈ ਲੋਕ ਕਹਿੰਦੇ ਕਿ ਪ੍ਰਭੂ ਕਰਦਾ ਕੁਛ ਨਹੀਂਗਾ। ਕਈ ਲੋਕ ਸਾਨੂੰ ਕਹਿੰਦੇ ਕਿ ਪਰਮੇਸ਼ਰ ਨੇ ਤੁਹਾਡੀ ਜ਼ਿੰਦਗੀ 'ਚ ਕਿਉਂ ਨਹੀਂ ਕੀਤਾ। ਉੱਥੇ ਉਹਨਾਂ ਨੂੰ ਕੀ ਵਚਨ ਦੇ ਬਾਰੇ ਪਤਾ ਕਿ ਵਚਨ ਦੇ ਵਿੱਚ ਕੀ ਲਿਖਿਆ ਆ। ਹਾਲੇਲੂਇਆ। ਵਿਸ਼ਵਾਸ ਨਾਲ ਸਭ ਕੁਝ ਹੋ ਸਕਦਾ ਆ। ਹਾਲੇਲੂਇਆ, ਆਮੇਨ। ਹੁਣ ਆਪਾਂ ਇੱਕ ਹੋਰ ਵਰਸ ਪੜ੍ਹਦੇ ਹਾਂ, ਯਾਕੂਬ ਦਾ 4ਥੇ ਚੈਪਟਰ ਦਾ 7ਵਾਂ ਵਰਸ। ਇਸ ਲਈ ਪਰਮੇਸ਼ਰ ਦੇ ਅਧੀਨ ਰਹੋ। ਇਹਦੇ ਲਈ ਕੀ ਕਰਨਾ ਚਾਹੀਦਾ? ਸਾਨੂੰ ਪਰਮੇਸ਼ਰ ਦੇ ਅਧੀਨ, ਵਚਨਾਂ ਦੇ ਅਧੀਨ ਰਹਿਣਾ ਚਾਹੀਦਾ ਆ। ਸ਼ੈਤਾਨ ਦਾ ਟੱਕਰਾ ਕਰੋ ਤਾਂ ਉਹ ਤੁਹਾਡੇ ਸਾਹਮਣੇ ਦੌੜ ਜਾਵੇਗਾ। ਸਾਡੀ ਲੜਾਈ ਕਿਸੇ ਇਨਸਾਨ ਦੇ ਨਾਲ ਨਹੀਂ, ਸਾਡੀ ਲੜਾਈ ਉਸ ਸ਼ੈਤਾਨ ਦੇ ਨਾਲ ਆ, ਜਿਹੜੀ ਮਨੁੱਖਾਂ ਦੇ ਪਿੱਛੇ ਰਹਿ ਕੇ ਜਿਹੜਾ ਸਾਡੇ ਤੇ ਵਾਰ ਕਰਦਾ ਆ, ਸਾਨੂੰ ਸਤਾਉਂਦਾ ਆ, ਸਾਨੂੰ ਬਿਮਾਰੀਆਂ ਭੇਜਦਾ, ਸਾਡੇ ਘਰ 'ਚ ਲੜਾਈਆਂ ਪਾਉਂਦਾ ਆ, ਝਗੜੇ ਪਾਉਂਦਾ, ਐਡਿਕਸ਼ਨਾਂ ਭੇਜਦਾ। ਸਾਡੀ ਲੜਾਈ ਉਹਦੇ ਨਾਲ ਆ। ਹਾਲੇਲੂਇਆ। ਜਦੋਂ ਅਸੀਂ ਇਹ ਸਮਝ ਜਾਂਦੇ ਆ ਤਾਂ ਫਿਰ ਅਸੀਂ ਜੇਤੂ ਹੋ ਜਾਂਦੇ ਆ। ਹਾਲੇਲੂਇਆ। ਸਾਡੀ ਦੌੜ ਜਿਹੜੀ ਮਸੀਹ ਦੇ ਵਿੱਚ ਵਿਅਰਥ ਨਹੀਂ ਗੀ। ਹੁਣ ਉਹ ਕੀ, ਯਾਕੂਬ ਕੀ ਕਹਿੰਦਾ ਆ? ਇਸ ਲਈ ਪਰਮੇਸ਼ਰ ਦੇ ਅਧੀਨ ਰਹੋ। ਮੈਂ ਕਿਤੇ ਪੜ੍ਹਿਆ ਸੀ ਕਿ ਮਸੀਹ ਦੇ ਵਿੱਚ ਆ ਕੇ ਗੁਲਾਮਾਂ ਵਾਂਗੂ ਜ਼ਿੰਦਗੀ ਗੁਜ਼ਾਰੋ, ਪਰਮੇਸ਼ਰ ਦੇ ਗੁਲਾਮ ਹੋ ਜਾਓ। ਸ਼ੈਤਾਨ ਤੋਂ ਆਜ਼ਾਦ ਕਰ ਦਿੰਦਾ ਉਹ ਸਾਨੂੰ।
ਮਨੁੱਖਾਂ ਤੋਂ ਆਜ਼ਾਦ ਕਰ ਦਿੰਦਾ, ਪਰ ਪਰਮੇਸ਼ਰ ਦੇ ਗੁਲਾਮ ਹੋ ਜਾਓ, ਮਤਲਬ ਉਹਦੇ ਵਚਨ ਦੇ ਆਗਿਆਕਾਰੀ ਚ ਆ ਜਾਓ। ਤੇ ਫਿਰ ਦੇਖੋ ਪਰਮੇਸ਼ਰ ਕਿੱਦਾਂ ਕੰਮ ਕਰਦਾ ਆ। ਹਾਲੇਲੂਇਆ, ਧੰਨਵਾਦ ਕਰਦੇ, ਪਰਮੇਸ਼ਰ ਦੀ ਵਡਿਆਈ ਕਰਦੇ ਹਾਂ। ਆਮੇਨ। ਹੁਣ ਆਪਾਂ ਅੱਗੇ ਦੇਖਦੇ ਹਾਂ, ਬਾਈਬਲ ਨੂੰ ਪੜ੍ਹੋ ਤੇ ਉਹਦੇ ਤੇ ਵਿਸ਼ਵਾਸ ਕਰੋ ਕਿ ਵਚਨ ਕੀ ਕਹਿੰਦਾ ਆ। ਇਹਦੇ ਨਾਲ ਅਸੀਂ ਵਿਸ਼ਵਾਸ ਦੇ ਵਿੱਚ ਅੱਗੇ ਵਧਦੇ ਜਾਂਦੇ ਹਾਂ। ਹਾਲੇਲੂਇਆ। ਹੁਣ ਨੰਬਰ 5 ਤੇ ਆਪਾਂ ਦੇਖਦੇ ਹਾਂ, ਬਲੀਵਿੰਗ ਦਾ ਇੰਪੋਸੀਬਲ ਐਜ਼ ਪੋਸੀਬਲ ਵਿਦ ਗੋਡ। ਜਿਸ ਤਰ੍ਹਾਂ ਆਪਾਂ ਅੱਗੇ ਗੱਲ ਕੀਤੀ ਆ ਕਿ ਇਹ ਵਿਸ਼ਵਾਸ ਕਰਨਾ ਆ, ਅਸੰਭਵ ਨੂੰ ਸੰਭਵ ਕਰ ਸਕਦਾ ਸਾਡਾ ਪਰਮੇਸ਼ਰ। ਅਸੰਭਵ ਨੂੰ ਸੰਭਵ ਮੰਨਣਾ। ਹੁਣ ਮੈਂ ਇੱਥੇ ਤੁਹਾਨੂੰ ਇੱਕ ਐਗਜ਼ਾਮਪਲ ਆਪਣੀ ਲਾਈਫ ਦੀ ਦਿੰਦੀ ਹਾਂ। ਕਈ ਵਾਰੀ ਜ਼ਿੰਦਗੀ ਦੇ ਵਿੱਚ ਇਦਾਂ ਹੁੰਦਾ ਕਿ ਆਹ ਨਹੀਂ ਹੋ ਸਕਦਾ, ਮੈਂ ਇਹ ਨਹੀਂ ਕਰ ਸਕਦੀ। ਜਦੋਂ ਪ੍ਰਭੂ ਦੇ ਵਿੱਚ ਆਏ ਅਸੀਂ, ਤੇ ਮੈਂ ਚਰਚ ਰੋਜ਼ ਸੰਡੇ ਜਾਂਦੀ ਹੁੰਦੀ ਸੀ। ਸ਼ਾਇਦ ਸਾਡੇ ਪਾਸਟਰ ਜੀ ਹੁਣਾਂ ਨੂੰ ਯਾਦ ਹੋਊਗਾ ਕਿ ਜਦੋਂ ਉਹ ਰੂਹ ਦੇ ਵਿੱਚ ਦੁਆਵਾਂ ਕਰਦੇ ਹੁੰਦੇ ਸੀ ਤਾਂ ਮੇਰਾ ਬੜਾ ਦਿਲ ਕਰਦਾ ਸੀ ਕਿ ਮੈਂ ਵੀ ਇਹ ਚੀਜ਼ ਇਹਨਾਂ ਤੋਂ ਸਿੱਖਾਂ। ਮੈਂ ਕੋਸ਼ਿਸ਼ ਕਰਦੀ ਸੀ, ਮੈਨੂੰ ਬੋਲ ਨਹੀਂ ਸੀ ਹੁੰਦੀ ਕਿਉਂਕਿ ਉਦੋਂ ਵਚਨ ਦਾ ਗਿਆਨ ਨਹੀਂ ਸੀ ਕਿ ਆਤਮਾ ਜਿਹੜੀ ਆ ਉਹ ਪਰਮੇਸ਼ਰ ਦੀ ਸ਼ਕਤੀ ਆ। ਉਹ ਜਦੋਂ ਪਰਮੇਸ਼ਰ ਦੀ ਮਰਜ਼ੀ ਦੇ ਨਾਲ ਹੀ ਸਾਡੇ ਉੱਤੇ ਉਹਦੀ ਕਿਰਪਾ ਹੁੰਦੀ ਆ ਤੇ ਸਾਡੇ ਉੱਤੇ ਆਉਂਦਾ ਆ। ਹਾਲੇਲੂਇਆ, ਕਿਉਂਕਿ ਉਹਨੇ ਵਾਅਦਾ ਕੀਤਾ ਆ। ਤੇ ਮੈਂ ਪਾਸਟਰ ਜੀ ਨੂੰ ਕਿਹਾ, ਪਾਸਟਰ ਜੀ ਤੁਸੀਂ ਮੈਨੂੰ ਇਹ ਬੋਲੀਆਂ ਕਦੋਂ ਸਿਖਾਓਗੇ? ਤੇ ਪਾਸਟਰ ਜੀ ਮੁਸਕਰਾਏ ਤੇ ਕਿ ਕਹਿੰਦੇ, ਭੈਣ ਇਹ ਸਿਖਾਈਆਂ ਨਹੀਂ ਜਾਂਦੀਆਂ, ਇਹ ਪਰਮੇਸ਼ਰ ਦਿੰਦਾ ਆ। ਹਾਲੇਲੂਇਆ। ਤੇ ਜਦੋਂ ਮਿਲੀਆਂ ਫਿਰ ਪਤਾ ਲੱਗਾ ਕਿ ਸੱਚਮੁੱਚ ਇਹ ਪਰਮੇਸ਼ਰ ਦੀ ਸ਼ਕਤੀ ਆ। ਜਦੋਂ ਸਾਡੇ ਉੱਤੇ ਆਉਂਦੀ ਆ ਤਾਂ ਪਰਮੇਸ਼ਰ ਦਾ ਆਤਮਾ ਜਿਹੜਾ ਸਾਡੇ ਉੱਤੇ ਉਤਰਦਾ ਤੇ ਅਸੀਂ ਦੂਜੀਆਂ ਬੋਲੀਆਂ ਦੇ ਵਿੱਚ ਬੋਲਣ ਲੱਗ ਜਾਂਦੇ ਆ। ਹਾਲੇਲੂਇਆ। ਉਹਦੀ ਵਡਿਆਈ ਹੋਵੇ, ਉਹਦੀ ਵਡਿਆਈ ਹੋਵੇ, ਉਹਦੀ ਜੈ ਜੈਕਾਰ ਹੋਵੇ, ਕਿਉਂਕਿ ਉਹ ਭਲਾ ਹੈ। ਹਾਲੇਲੂਇਆ। ਹੁਣ ਆਪਾਂ ਇੱਕ ਵਚਨ ਪੜ੍ਹਦੇ ਹਾਂ, ਲੂਕ ਦਾ ਪਹਿਲੇ ਚੈਪਟਰ ਦਾ 37 ਤੇ 38 ਪੜਾਂਗੇ। ਹਾਲੇਲੂਇਆ। ਪਰਮੇਸ਼ਰ ਦੇ ਲਈ ਕੁਝ ਵੀ ਅਸੰਭਵ ਨਹੀਂ। ਪਰਮੇਸ਼ਰ ਕੌਣ ਆ? ਸ਼ਬਦ। ਸ਼ਬਦ ਕੌਣ ਆ? ਯਸੂ। ਯਸੂ ਦੇ ਲਈ ਕੁਝ ਵੀ ਅਸੰਭਵ ਨਹੀਂ। ਕੀ ਉਹਦੇ ਲਈ ਮੁਸ਼ਕਲ ਹੋ ਸਕਦਾ ਜਿਹੜਾ ਮੁਰਦਿਆਂ ਦੇ ਵਿੱਚੋਂ ਜਿੰਦਾ ਹੋ ਗਿਆ? ਅੱਜ ਤੱਕ ਜਿੰਨੇ ਵੀ ਗੁਰੂ ਪੀਰ ਪੈਗੰਬਰ ਆਏ ਸਾਰੇ ਮਰ ਗਏ, ਸਾਰੇ ਇਸ ਦੁਨੀਆ ਤੋਂ ਚਲੇ ਗਏ, ਪਰ ਇੱਕੋ ਹੀ ਆ ਜਿਹੜਾ ਯਿਸੂ ਮਸੀਹ 3 ਦਿਨ ਕਬਰ ਦੇ ਵਿੱਚੋਂ ਉੱਠ ਕੇ ਜਿੰਦਾ ਹੋ ਗਿਆ, ਕਿਉਂਕਿ ਉਹ ਪਰਮੇਸ਼ਰ ਨੂੰ ਕੋਈ ਮਾਰ ਨਹੀਂ ਸਕਦਾ। ਉਹ ਪਰਮੇਸ਼ਰ ਦਾ ਪੁੱਤਰ ਸੀ। ਪਰਮੇਸ਼ਰ ਨੂੰ ਕੋਈ ਮਾਰ ਕੇ ਨਹੀਂ ਰੱਖ ਸਕਦਾ। ਹਾਲੇਲੂਇਆ। ਉਹਦਾ ਧੰਨਵਾਦ ਕਰਦੇ ਹਾਂ। ਆਪਾਂ ਪੜ੍ਹਦੇ ਇਬਰਾਨੀਆਂ ਦਾ 11ਵੇਂ ਚੈਪਟਰ ਦਾ 6ਵਾਂ ਵਰਸ। ਵਚਨ ਕਹਿੰਦਾ, ਵਿਸ਼ਵਾਸ ਤੋਂ ਬਿਨਾ ਕੋਈ ਮਨੁੱਖ ਵੀ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ ਸਕਦਾ, ਕਿਉਂਕਿ ਜੋ ਕੋਈ ਵੀ ਪਰਮੇਸ਼ਰ ਕੋਲ ਆਉਂਦਾ ਹੈ ਉਸ ਲਈ ਜ਼ਰੂਰੀ ਹੈ ਕਿ ਉਹ ਵਿਸ਼ਵਾਸ ਕਰੇ ਕਿ ਪਰਮੇਸ਼ਰ ਹੈ। ਪਹਿਲਾਂ ਵਿਸ਼ਵਾਸ ਕਰਨਾ ਪੈਂਦਾ ਆ ਮਸੀਹੀ ਜ਼ਿੰਦਗੀ 'ਚ ਕਿ ਪਰਮੇਸ਼ਰ ਹੈ, ਤੇ ਫਿਰ ਉਹਦੇ ਤੇ ਵਿਸ਼ਵਾਸ ਕਰਕੇ ਪ੍ਰਭੂ ਯਿਸੂ ਮਸੀਹ ਸਾਡੇ ਦਿਲ ਦੇ ਵਿੱਚ ਆਉਂਦੇ ਆ। ਹਾਲੇਲੂਇਆ। ਫਿਰ ਉਹ ਆ ਕੇ ਕੰਮ ਕਰਦੇ ਆ ਅਤੇ ਉਹ ਆਪਣੇ ਖੋਜਣ ਵਾਲਿਆਂ ਨੂੰ ਫਲ ਦਿੰਦਾ ਆ। ਵਿਸ਼ਵਾਸ ਤੋਂ ਬਿਨਾਂ ਅਸੀਂ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ ਸਕਦੇ। ਅਸੀਂ ਵਿਸ਼ਵਾਸ ਤੋਂ ਬਿਨਾਂ ਪ੍ਰਸੰਨ ਕਿੱਦਾਂ ਨਹੀਂ ਕਰ ਸਕਦੇ? ਅਸੀਂ ਪਰਮੇਸ਼ਰ ਦੇ ਵਚਨ ਨੂੰ ਪੜ੍ਹਦੇ ਹਾਂ, ਉਹਦੇ ਤੇ ਵਿਸ਼ਵਾਸ ਕਰਦੇ ਤੇ ਉਹਦੇ ਮੁਤਾਬਕ ਚੱਲਦੇ ਹਾਂ, ਤੇ ਪਰਮੇਸ਼ਰ ਸਾਨੂੰ ਉਹਦੇ ਮੁਤਾਬਕ ਫਲ ਦਿੰਦਾ। ਉਹ ਖੁਸ਼ ਹੁੰਦਾ ਆ, ਉਹ ਸਾਨੂੰ ਫਲ ਦਿੰਦਾ ਆ। ਤੇ ਫਿਰ ਕੀ ਹੁੰਦਾ ਆ ਕਿ ਜਿਹੜੇ ਖੋਜਦੇ ਆ ਉਹਨੂੰ, ਤੇ ਫਿਰ ਉਹ ਉਹਨਾਂ ਨੂੰ ਮਿਲ ਜਾਂਦਾ ਆ। ਹਾਲੇਲੂਇਆ। ਸਾਨੂੰ ਉਹਦੀਆਂ ਗਹਿਰਾਈਆਂ ਦਾ ਪਤਾ ਲੱਗ ਜਾਂਦਾ ਕਿ ਪਰਮੇਸ਼ਰ ਕੌਣ ਆ, ਤੇ ਪਰਮੇਸ਼ਰ ਕੀ ਆ, ਤੇ ਪਰਮੇਸ਼ਰ ਕੀ ਕਰ ਸਕਦਾ, ਤੇ ਪਰਮੇਸ਼ਰ ਕੀ ਚਾਹੁੰਦਾ ਆ। ਹਾਲੇਲੂਇਆ। ਧੰਨਵਾਦ ਕਰਦੇ ਹਾਂ। ਇੱਥੇ ਆਪਾਂ ਦੇਖ ਸਕਦੇ ਹਾਂ ਕਿ ਜਿੱਦਾਂ ਨੂਹ, ਪੁਰਾਣੇ ਨੇਮ ਦੇ ਵਿੱਚ ਨੂਹ ਦੀ ਸਟੋਰੀ ਆ ਕਿ ਪਰਮੇਸ਼ਰ ਨੇ ਉਹਨੂੰ ਕਿਹਾ ਕਿ ਇੱਕ ਕਿਸ਼ਤੀ ਬਣਾ, ਉਹਨੂੰ ਜਿੱਦਾਂ ਜਿੱਦਾਂ ਦੱਸਿਆ, ਇੱਥੇ ਲਾ ਮੇਖਾਂ, ਇੱਥੇ ਲਾ ਫੱਟੀਆਂ, ਇੱਥੇ ਲਾ, ਉਹਨੇ ਉਹ ਸਾਰਾ ਕੁਛ ਜਿੱਦਾਂ ਪਰਮੇਸ਼ਰ ਨੇ ਉਹਨੂੰ ਕਿਹਾ, ਉਹਨੇ ਸਾਰਾ ਕੁਛ ਉੱਦਾਂ ਹੀ ਕੀਤਾ। ਉਹਨੂੰ ਕੋਈ ਪਤਾ ਨਹੀਂ ਸੀ ਕਿ ਪਰਮੇਸ਼ਰ ਮੇਰੇ ਤੋਂ ਕਿਉਂ ਬਣਾ ਰਿਹਾ ਆ। ਜਦੋਂ ਵੀ ਅਸੀਂ ਵਿਸ਼ਵਾਸ ਦੇ ਨਾਲ ਪਰਮੇਸ਼ਰ ਦੇ ਵਚਨਾਂ ਮੁਤਾਬਕ ਚੱਲਦੇ ਹਾਂ, ਆਪਾਂ ਨੂੰ ਨਹੀਂ ਪਤਾ ਆਪਾਂ ਕੀ ਕਰ ਰਹੇ ਹਾਂ, ਪਰ ਉਹਦਾ ਫਲ ਅੱਗੇ ਜਾ ਕੇ ਕੀ ਮਿਲਣਾ ਆ, ਉਹ ਬਹੁਤ ਵੱਡਾ ਫਲ ਆ ਭੈਣੋ ਤੇ ਭਰਾਵੋ। ਜਿਸ ਤਰ੍ਹਾਂ ਨੂਹ ਨੂੰ ਪਤਾ ਨਹੀਂ ਸੀ ਕਿ ਉਹ ਕੀ ਕਰਨ ਜਾ ਰਿਹਾ, ਉਹ ਪਰਮੇਸ਼ਰ ਦੀ ਤੇ ਵਿਸ਼ਵਾਸ ਕਰਕੇ ਉਹ ਕੰਮ ਕਰਦਾ ਰਿਹਾ। ਅੱਗੇ ਜਾ ਕੇ ਪਰਮੇਸ਼ਰ ਨੇ ਕੀ ਕੀਤਾ? ਨੂਹ ਨੂੰ ਕਿਹਾ ਕਿ ਤੂੰ ਆਪਣਾ ਪਰਿਵਾਰ ਲੈ ਕੇ ਤੇ ਇਹਦੇ ਵਿੱਚ ਚਲਾ ਜਾ।
ਜਾਨਵਰ ਜੋ ਵੀ ਜਾਨਦਾਰ ਪਸ਼ੂ ਚਾਹੀਦੇ ਸੀ ਬੰਦੇ ਨੂੰ, ਉਹ ਵੀ ਨਾਲ ਉਹਨੂੰ ਕਿਹਾ ਕਿ ਇਹਨਾਂ ਨੂੰ ਵੀ ਤੂੰ ਜੋੜਾ ਜੋੜਾ ਕਿਸ਼ਤੀ ਦੇ ਵਿੱਚ ਲੈ ਜਾ। ਉਹ ਕੌਣ ਕੀ ਹੋਇਆ ਮਨੂਹ ਦੇ ਵਾਸਤੇ? ਉਹਦੇ ਪਰਿਵਾਰ ਵਾਸਤੇ ਉਹ ਮੁਕਤੀ ਬਣ ਗਈ ਕਿਸ਼ਤੀ। ਸਾਰੀ ਦੁਨੀਆ ਨਸ਼ਟ ਹੋ ਗਈ ਸੀ, ਸਭ ਕੁਝ ਨਾਸ਼ ਹੋ ਗਿਆ ਸੀ, ਹੜ੍ਹ ਆਇਆ ਤਾਂ ਸਭ ਕੁਝ ਤਬਾਹ ਹੋ ਗਿਆ ਸੀ, ਪਰ ਨੂਹ ਤੇ ਉਹਦਾ ਪਰਿਵਾਰ ਬਚ ਗਏ ਸੀ। ਇਸ ਕਰਕੇ ਜਦੋਂ ਆਪਾਂ ਫੇਥ ਦੇ ਵਿੱਚ ਕੁਝ ਕਰਦੇ ਹਾਂ, ਪਰਮੇਸ਼ਰ ਦੇ ਵਚਨ ਨੂੰ ਪੜ੍ਹ ਕੇ ਜਾਂ ਸੁਣ ਕੇ ਜਾਂ ਉੱਤੇ ਵਿਸ਼ਵਾਸ ਕਰਕੇ, ਤੇ ਉਹਦਾ ਫਲ ਅੱਗੇ ਜਾ ਕੇ ਕਿੰਨਾ ਵੱਡਾ ਹੋਊਗਾ। ਨੂਹ ਦੀ ਸਟੋਰੀ ਨੂੰ ਪੜ੍ਹ ਲਿਓ। ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਪਰਮੇਸ਼ਰ ਬਹੁਤ ਮਹਾਨ ਆ। ਉਹਦੇ ਵਿੱਚ, ਮਸੀਹ ਦੇ ਵਿੱਚ ਤੁਹਾਡੀ ਦੌੜ ਵਿਅਰਥ ਨਹੀਂ ਗੀ। ਹਾਲੇਲੂਇਆ। ਹੁਣ ਆਪਾਂ ਇੱਕ ਹੋਰ ਵਰਸ ਪੜ੍ਹਦੇ ਹਾਂ, ਯਿਰਮਿਆ ਦਾ 17 ਦਾ 10। ਮੈਂ ਪ੍ਰਭੂ ਮਨ ਦੀ ਜਾਂਚ ਕਰਦਾ ਹਾਂ। ਇੱਥੇ ਪਰਮੇਸ਼ਰ ਕੀ ਕਹਿੰਦਾ? ਮੈਂ ਪ੍ਰਭੂ ਮਨ ਦੀ ਜਾਂਚ ਕਰਦਾ ਹਾਂ ਅਤੇ ਮਨੁੱਖੀ ਦਿਲਾਂ ਨੂੰ ਪਰਖਦਾ ਹਾਂ। ਮੈਂ ਹਰ ਇੱਕ ਮਨੁੱਖ ਨੂੰ ਉਸ ਦੇ ਆਚਰਨ ਅਨੁਸਾਰ ਬਦਲਾ ਦੇਵਾਂਗਾ। ਪਰਮੇਸ਼ਰ ਕਹਿੰਦਾ ਮੈਂ ਪ੍ਰਭੂ ਮਨ ਦੀ ਜਾਂਚ ਕਰਦਾ, ਤੁਹਾਡੀਆਂ ਸੋਚਾਂ ਦੀ ਵੀ ਜਾਂਚ ਕਰਦਾ। ਪਰਮੇਸ਼ਰ ਮੇਰੀਆਂ ਸੋਚਾਂ ਦੀ ਵੀ ਜਾਂਚ ਕਰਦਾ ਕਿ ਮੇਰੇ ਮਨ ਦੇ ਵਿੱਚ ਕੀ ਆ, ਤੇ ਕਹਿੰਦਾ ਦਿਲਾਂ ਨੂੰ ਪਰਖਦਾ ਆ। ਸਾਡੇ ਦਿਲਾਂ ਵਿੱਚ ਕੀ, ਉਹਨਾਂ ਨੂੰ ਵੀ ਪਰਖਦਾ ਪਰਮੇਸ਼ਰ। ਤੇ ਕਹਿੰਦਾ ਮੈਂ ਹਰ ਇੱਕ ਮਨੁੱਖ ਨੂੰ ਤੁਹਾਡੇ ਆਚਰਨ ਅਨੁਸਾਰ ਬਦਲਾ ਦੇਵਾਂਗਾ। ਜਿੱਦਾਂ ਦਾ ਸਾਡਾ ਰਹਿਣਾ ਬਹਿਣਾ ਚੱਲਣਾ ਹੋਇਆ ਦੂਜਿਆਂ ਵਾਸਤੇ, ਜਿੱਦਾਂ ਦੀ ਸਾਡੀ ਜ਼ਿੰਦਗੀ ਹੋਈ, ਜੋ ਸਾਡੀ ਇੱਕ ਤਸਵੀਰ ਪਰਮੇਸ਼ਰ ਦੇਖਦਾ, ਅੰਦਰੂਨੀ ਸਾਡੇ ਅੰਦਰ ਕੀ ਚੱਲ ਰਿਹਾ ਆ, ਉਹਦੇ ਮੁਤਾਬਕ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਬਦਲਾ ਦਊਂਗਾ। ਇਸ ਕਰਕੇ ਪਰਮੇਸ਼ਰ ਤੋਂ ਡਰਦੇ ਤੇ ਕੰਬਦੇ ਹੋਏ ਉਹਦੀ ਸੇਵਾ ਕਰੀਏ। ਕਿਤੇ ਆਪਣੇ ਨਾਮ ਨੂੰ ਨਾ ਉੱਚਾ ਕਰ ਬੈਠੀਏ, ਕਿਉਂਕਿ ਪਰਮੇਸ਼ਰ ਦਾ ਨਾਮ ਦੀ ਵਡਿਆਈ ਹੋਣੀ ਚਾਹੀਦੀ ਆ। ਪਰਮੇਸ਼ਰ ਨੇ ਸਾਨੂੰ ਇਸ ਲਈ ਚੁਣਿਆ ਕਿ ਉਹਦੇ ਨਾਂ ਦੀ ਵਡਿਆਈ ਕਰੀਏ ਤੇ ਉਹਨਾਂ ਲੋਕਾਂ ਨੂੰ ਬਚਾਈਏ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਆ। ਉਹਨੇ ਕਿਹਾ ਜਾਓ, ਚੇਲਿਆਂ ਨੂੰ ਕਿਹਾ ਜਾਓ, ਜਾ ਕੇ ਦੁਨੀਆ ਦੇ ਕੋਨੇ-ਕੋਨੇ ਵਿੱਚ ਪ੍ਰਚਾਰ ਕਰੋ, ਮੁਕਤੀ ਦਾ ਸੰਦੇਸ਼ ਲੈ ਕੇ ਜਾਓ। ਤਾਂ ਹੀ ਤਾਂ ਪਵਿੱਤਰ ਬਾਈਬਲ ਨੂੰ, ਮਸੀਹ ਦੇ ਸੰਦੇਸ਼ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਿਹਾ ਜਾਂਦਾ ਆ, ਜੋ ਮੁਕਤੀ ਦਾ ਸੰਦੇਸ਼ ਹੈ। ਹਾਲੇਲੂਇਆ। ਆਪਾਂ ਪੜ੍ਹਦੇ ਹਾਂ, ਆਪਾਂ 6ਵੇਂ ਪੁਆਇੰਟ ਦੇ ਵਿੱਚ ਚੱਲਦੇ ਹਾਂ। ਸ਼ੇਅਰ ਵਿਦ ਅਦਰਸ। ਦੂਜਿਆਂ ਨੂੰ ਦੱਸਣਾ। ਕੀ ਦੱਸਣਾ ਦੂਜਿਆਂ ਨੂੰ ਆਪਾਂ? ਕਿ ਪਰਮੇਸ਼ਰ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਕੀਤਾ। ਹਾਲੇਲੂਇਆ। ਆਪਣੀ ਟੈਸਟਮਨੀ ਦੇਣੀ, ਆਪਣੀ ਗਵਾਹੀ ਦੇਣੀ, ਆਪਣੀ ਜੋ ਵੀ ਜ਼ਿੰਦਗੀ ਦੇ ਵਿੱਚ ਹੋਇਆ ਉਹ ਪਰਮੇਸ਼ਰ ਨੂੰ ਦੱਸਣਾ ਆ। ਹਾਲੇਲੂਇਆ। ਆਪਾਂ ਫਿਲੇਮੋਨ ਦਾ ਪਹਿਲੇ ਚੈਪਟਰ ਦਾ 6ਵਾਂ ਵਰਸ ਪੜ੍ਹਦੇ ਹਾਂ। ਕਹਿੰਦਾ ਮੇਰੀ ਪ੍ਰਾਰਥਨਾ ਹੈ ਕਿ ਤੇਰਾ ਵਿਸ਼ਵਾਸ ਵਿੱਚ ਸਾਡੇ ਨਾਲ ਸਾਂਝੀਦਾਰ ਹੋਣਾ ਸਾਨੂੰ ਮਸੀਹ ਦੇ ਦੁਆਰਾ ਮਿਲੀ ਹਰ ਅਸੀਸ ਦੀ ਸਮਝ ਵਿੱਚ ਹੋਰ ਡੂੰਘਾਈ ਵਿੱਚ ਲੈ ਜਾਵੇ। ਇੱਥੇ ਉਹ ਕੀ ਕਹਿ ਰਿਹਾ ਆ ਕਿ ਤੇਰਾ ਵਿਸ਼ਵਾਸ ਜਿਹੜਾ ਸਾਡੇ ਨਾਲ ਸਾਂਝੀ ਹੋਣਾ। ਜਦੋਂ ਆਪਾਂ ਆਪਣੇ ਵਿਸ਼ਵਾਸ ਨੂੰ ਕਿਸੇ ਦੇ ਨਾਲ ਸਾਂਝਾ ਕਰਦੇ ਹਾਂ, ਪਤਾ ਕੀ ਹੁੰਦਾ ਆ? ਮਸੀਹ ਦੇ ਦੁਆਰਾ ਮਿਲੀ ਅਸੀਸ ਦੀ ਸਮਝ ਜਿਹੜੀ ਹੁੰਦੀ ਆ ਸਾਨੂੰ, ਉਹ ਹੋਰ ਡੂੰਘਾਈ ਦੇ ਵਿੱਚ ਅਸੀਂ ਚਲੇ ਜਾਂਦੇ ਹਾਂ। ਜਦੋਂ ਆਪਾਂ ਇੱਕ ਦੂਜੇ ਦੇ ਨਾਲ ਆਪਣੇ ਵਿਸ਼ਵਾਸ ਨੂੰ ਸਾਂਝਾ ਕਰਦੇ ਹਾਂ, ਜਿਹੜੀ ਮਸੀਹ ਦੇ ਦੁਆਰਾ ਮਿਲੀ ਬਰਕਤ ਆ, ਉਹਦੀ ਡੂੰਘਾਈ ਨੂੰ ਦੂਸਰਾ ਜਿਹੜਾ ਉਹ ਹੋਰ ਚੰਗੀ ਤਰ੍ਹਾਂ ਜਾਣ ਜਾਂਦਾ ਆ। ਉਹਦੇ ਵਿੱਚੋਂ ਵੀ ਪਰਮੇਸ਼ਰ ਤੁਹਾਡੇ ਨਾਲ ਗੱਲ ਕਰ ਜਾਂਦਾ ਆ। ਹਾਲੇਲੂਇਆ। ਹਾਲੇਲੂਇਆ। ਪੂਰਾ ਗਿਆਨ ਉਹਦਾ ਆਪਾਂ ਪ੍ਰਾਪਤ ਕਰਦੇ ਹਾਂ। ਹਾਲੇਲੂਇਆ। ਹੁਣ ਅੱਗੇ ਆਪਾਂ ਇੱਕ ਹੋਰ ਵਰਸ ਪੜ੍ਹਦੇ ਹਾਂ। ਪਹਿਲੇ ਇਤਿਹਾਸ ਦਾ 16ਵੇਂ ਚੈਪਟਰ ਦਾ 8ਵਾਂ ਵਰਸ ਕਹਿੰਦਾ ਆ, ਯਹੋਵਾ ਦਾ ਧੰਨਵਾਦ ਕਰੋ, ਉਸ ਦਾ ਨਾਂ ਲਵੋ, ਉਸ ਦੇ ਸਭ ਕੰਮਾਂ ਨੂੰ ਲੋਕਾਂ ਵਿੱਚ ਪ੍ਰਗਟ ਕਰੋ। ਹੁਣ ਕੀ ਕਰਨਾ? ਉਹਦਾ ਧੰਨਵਾਦ ਕਰਨਾ ਆ, ਉਸ ਦਾ ਨਾਂ ਲੈਣਾ ਆ, ਡਰਨਾ ਨਹੀਂ, ਘਬਰਾਉਣਾ ਨਹੀਂ ਗਾ, ਤੇ ਉਸ ਦੇ ਕੰਮਾਂ ਨੂੰ ਦੂਜਿਆਂ ਤੇ ਪ੍ਰਗਟ ਕਰਨਾ ਆ ਕਿ ਉਹ ਕੀ ਕਰਦਾ ਤੇ ਕੀ ਕਰ ਸਕਦਾ ਆ। ਹਾਲੇਲੂਇਆ। ਧੰਨਵਾਦ ਕਰਦੇ ਹਾਂ। ਇਸੇ ਤਰ੍ਹਾਂ ਆਪਾਂ ਜਿੱਦਾਂ ਕਹਿੰਦੀ ਕਿ ਯਹੋਵਾ ਦਾ ਧੰਨਵਾਦ ਕਰੋ, ਉਸ ਦਾ ਨਾਮ ਲਵੋ। ਪ੍ਰਭੂ ਨੇ ਵਚਨ 'ਚ ਕਿਹਾ ਮੇਰਾ ਨਾਮ ਵਿਅਰਥ ਵਿੱਚ ਨਹੀਂ ਲੈਣਾ, ਸੂਰਾਂ ਅੱਗੇ ਮੋਤੀ ਨਾ ਸਿੱਟੋ। ਪਰਮੇਸ਼ਰ ਦਾ ਵਚਨ ਸਾਨੂੰ ਕਈ ਪਾਸਿਆਂ ਤੋਂ ਬੋਲ ਜਾਂਦਾ। ਇਹ ਦੋ ਧਾਰੀ ਤਲਵਾਰ ਆ, ਇਹ ਗੁੱਦੇ ਨੂੰ ਵਿੰਨ ਕੇ ਆਰ ਪਾਰ ਹੋ ਜਾਂਦਾ ਆ। ਤੇ ਪਰਮੇਸ਼ਰ ਦਾ ਨਾਂ ਕਿ ਉਹਦੇ ਵਿਟਨੈਸ ਬਣਨਾ ਆ, ਉਹਦੇ ਕੰਮਾਂ ਨੂੰ ਦੂਜਿਆਂ ਤੇ ਪ੍ਰਗਟ ਕਰਨਾ ਆ, ਆਪਣੀ ਟੈਸਟਮਨੀ ਦੱਸਣੀ ਆ।
ਪਾਸਟਰ ਜੀ ਨੇ ਕਿਹਾ ਸੀ ਕਿ ਜਦੋਂ ਤੁਸੀਂ ਕਿਸੇ ਨਾਲ ਆਪਣੀ ਟੈਸਟਮਨੀ ਸ਼ੇਅਰ ਕਰਦੇ ਤੇ ਪਰਮੇਸ਼ਰ ਆਪਣੇ ਆਪ ਉਹਦੇ ਮਨ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਆ। ਮੁਕਤੀ ਅਸੀਂ ਨਹੀਂ ਦਵਾ ਸਕਦੇ, ਉਹ ਪਰਮੇਸ਼ਰ ਨੇ ਦੇਣੀ, ਇਹ ਯਾਦ ਰੱਖਣਾ ਆ। ਜਦੋਂ ਹਲਚਲ ਹੁੰਦੀ ਆ, ਟੈਸਟਮਨੀ ਤੁਹਾਡੀ ਕੰਮ ਕਰਦੀ ਆ। ਜਿਸ ਤਰ੍ਹਾਂ ਐਗਜ਼ਾਮਪਲ ਆ, ਆਪਾਂ ਬੱਚੇ ਸਾਡੇ ਕੁਛ ਕਰਦੇ ਆ, ਆਪਾਂ ਕੀ ਕਹਿੰਦੇ ਆ ਦੂਜੀ ਭੈਣ ਨੂੰ, ਭੈਣ ਮੇਰੇ ਬੱਚੇ ਨੇ ਆਹ ਕੰਮ ਕੀਤਾ ਆ, ਅੱਜ ਮੇਰੀ ਬੇਟੀ ਨੇ ਸਕੂਲੋਂ ਆਹ ਸਰਟੀਫਿਕੇਟ ਲੈ ਕੇ ਆਂਦਾ ਆ, ਅੱਜ ਮੇਰੇ ਬੱਚੇ ਨੇ ਆਹ ਕੁੱਕ ਕੀਤਾ ਆ, ਅੱਜ ਉਹਨੇ ਬਹੁਤ ਚੰਗੀ ਸਫਾਈ ਕੀਤੀ ਆ, ਜਾਂ ਅੱਜ ਉਹਨੇ ਪ੍ਰਭੂ ਦੇ ਲਈ ਗੀਤ ਗਾਇਆ ਆ। ਕਿਸੇ ਤਰ੍ਹਾਂ ਦੀ ਵੀ ਆਪਾਂ ਆਪਣੇ ਬੱਚੇ ਦੀ ਸਿਫਤ ਕਰਦੇ ਆ। ਜੇ ਹਸਬੈਂਡ ਨੇ ਕੋਈ ਗਿਫਟ ਦਿੱਤਾ, ਆਪਾਂ ਮੇਰੇ ਹਸਬੈਂਡ ਨੇ ਮੈਨੂੰ ਆਹ ਗਿਫਟ ਦਿੱਤਾ, ਮੇਰੀ ਐਨਵਰਸਰੀ ਸੀ, ਮੈਨੂੰ ਉੱਥੇ ਲੈ ਕੇ ਗਿਆ, ਆਪਾਂ ਬਹੁਤ ਸਿਫਤਾਂ ਕਰਦੇ ਆ। ਪਰ ਕਦੀ ਉਹਦੀ ਵਡਿਆਈ ਕੀਤੀ? ਜਿਹਨੇ ਆਹ ਸਾਹ ਦਿੱਤੇ ਆ, ਜਿਹਨੇ ਹਸਬੈਂਡ ਦਿੱਤਾ ਆ, ਜਿਹਨੇ ਬੱਚੇ ਦਿੱਤੇ ਆ, ਜਿਹਨੇ ਆਪਣੀ ਜਾਨ ਸਾਡੇ ਲਈ ਕੁਰਬਾਨ ਕਰ ਦਿੱਤੀ, ਜਿਹਨੇ ਆਪਣਾ ਲਹੂ ਦਾ ਬੂੰਦ-ਬੂੰਦ ਸਾਡੇ ਲਈ ਬਹਾ ਦਿੱਤਾ, ਤੇ ਜਿਸ ਨੇ ਸਾਨੂੰ ਆਤਮਾ ਤੋਹਫੇ ਦੇ ਤੌਰ ਤੇ ਦੇ ਦਿੱਤਾ, ਜੋ ਸਾਡੀਆਂ ਕਮਜ਼ੋਰੀਆਂ ਦੇ ਵਿੱਚ ਇਸ ਸੰਸਾਰ ਤੇ ਉੱਤੇ ਰਹਿੰਦੇ ਹੋਇਆਂ ਸਾਡੀ ਅਗਵਾਈ ਕਰਦਾ, ਸਾਡੀ ਮਦਦ ਕਰਦਾ ਤੇ ਸਾਨੂੰ ਪਾਪ ਤੋਂ ਬਚਾਉਂਦਾ ਆ। ਉਹਦੀ ਕਦੀ ਵਡਿਆਈ ਕੀਤੀ? ਜੇ ਨਹੀਂ ਤਾਂ ਅੱਜ ਤੋਂ ਸ਼ੁਰੂ ਕਰ ਦੇਵੋ। ਹਾਲੇਲੂਇਆ। ਕਿਉਂਕਿ ਉਹ ਆਪਣੇ ਕੰਮਾਂ ਅਨੁਸਾਰ ਆਪਾਂ ਨੂੰ ਫਲ ਦੇਵੇਗਾ। ਆਪਣੇ ਅੱਜ ਤੋਂ ਹੀ ਆਪਾਂ ਕੰਮ ਕਰਨੇ ਸ਼ੁਰੂ ਕਰੀਏ ਕਿ ਪਰਮੇਸ਼ਰ ਤੋਂ ਉਹਦਾ ਫਲ ਪ੍ਰਾਪਤ ਕਰ ਸਕੀਏ। ਹਾਲੇਲੂਇਆ, ਹਾਲੇਲੂਇਆ। ਆਪਾਂ ਪੜ੍ਹਦੇ ਹਾਂ ਭਜਨ 34 ਦਾ 3 ਵਰਸ। ਕੀ ਕਹਿੰਦਾ ਆ? ਮੇਰੇ ਨਾਲ ਮਿਲ ਕੇ ਪ੍ਰਭੂ ਦੀ ਉਸਤਤ ਕਰੋ। ਅਸੀਂ ਸਾਰੇ ਮਿਲ ਕੇ ਉਸ ਦੇ ਨਾਮ ਨੂੰ ਉੱਚਾ ਕਰੀਏ। ਹੁਣ ਕੀ ਕਰਨਾ ਆ? ਆਪਾਂ ਸਾਰੇ ਜਦੋਂ ਮਿਲਦੇ ਆ ਉਹਦੇ ਨਾਂ ਦੀ ਉਸਤਤ ਕਰਨੀ ਆ, ਵਡਿਆਈ ਕਰਨੀ ਤੇ ਉਹਦੇ ਨਾਮ ਨੂੰ ਉੱਚਾ ਕਰਨਾ ਆ। ਹਾਲੇਲੂਇਆ। ਚਰਚ 'ਚ ਜਿਸ ਤਰ੍ਹਾਂ ਆਪਾਂ ਇਕੱਠੇ ਹੁੰਨੇ ਆ, ਪ੍ਰਭੂ ਦੀ ਉਸਤਤ ਕਰਦੇ, ਉਹਦੀ ਵਡਿਆਈ ਕਰਦੇ ਆ ਤੇ ਉਹਦੇ ਨਾਮ ਨੂੰ ਉੱਚਾ ਕਰਦੇ ਆ। ਹਾਲੇਲੂਇਆ, ਹਾਲੇਲੂਇਆ। ਹੁਣ ਆਪਾਂ ਪੜ੍ਹਦੇ ਆ ਇਤਿਹਾਸ ਦਾ 16 ਦਾ 9। ਫਿਰ ਉਹਦੇ ਵਿੱਚ ਵੀ ਇਹ ਲਿਖਿਆ, ਉਸ ਦੇ ਲਈ ਗਾਓ, ਹਾਂ ਉਸ ਦੀ ਮਹਿਮਾ ਗਾਓ, ਹਾਂ ਉਸ ਦੇ ਅਦਭੁਤ ਕੰਮਾਂ ਬਾਰੇ ਦੂਜਿਆਂ ਨੂੰ ਦੱਸੋ। ਉਹਦੀ ਮਹਿਮਾ ਵੀ ਗਾਓ ਤੇ ਉਹਦਾ ਅਦਭੁਤ ਕੰਮ ਦੂਜਿਆਂ ਨੂੰ ਵੀ ਦੱਸਣਾ ਉਹਦੀ ਮਹਿਮਾ ਆ। ਹਾਲੇਲੂਇਆ। ਕਿਉਂਕਿ ਉਹੀ ਉਸ ਦਾ ਹੱਕਦਾਰ ਆ। ਕੌਣ ਹੱਕਦਾਰ ਆ? ਪਰਮੇਸ਼ਰ ਪਿਤਾ ਉਸ ਮਹਿਮਾ ਦਾ ਹੱਕਦਾਰ ਆ, ਜੋ ਕੰਮ ਉਹਨੇ ਸਾਡੇ ਜੀਵਨਾਂ ਦੇ ਵਿੱਚ ਕੀਤੇ। ਹਾਲੇਲੂਇਆ। ਕੋਲਸੀਆਂ ਦਾ ਆਪਾਂ ਪੜਾਂਗੇ 3 ਚੈਪਟਰ ਦਾ 15ਵਾਂ ਵਰਸ। ਮਸੀਹ ਦੀ ਸ਼ਕਤੀ ਨੂੰ ਆਪਣੇ ਦਿਲਾਂ ਵਿੱਚ ਵਾਸ ਕਰਨ ਦਿਓ, ਕਿਉਂਕਿ ਇਸ ਦੇ ਲਈ ਤੁਸੀਂ ਉਸ ਦੇ ਅੰਗ ਕਰਕੇ ਸੱਦੇ ਗਏ ਹੋ। ਹਾਲੇਲੂਇਆ। ਹਰ ਸਮੇਂ ਧੰਨਵਾਦ ਕਰਦੇ ਰਹੋ। ਮਸੀਹ ਦੀ ਸ਼ਕਤੀ ਕੀ ਆ? ਉਹਦਾ ਵਚਨ ਤੇ ਪਵਿੱਤਰ ਆਤਮਾ ਦੀ ਸ਼ਕਤੀ। ਜਦੋਂ ਵਚਨ ਪੜ੍ਹਨ ਦੇ ਨਾਲ, ਦੁਆਵਾਂ ਕਰਨ ਦੇ ਨਾਲ ਸਾਡੇ ਅੰਦਰ ਆਉਂਦੀ ਆ, ਉਹਦੀ ਸ਼ਕਤੀ ਆ। ਕਹਿੰਦਾ ਉਹਨੂੰ ਆਪਣੇ ਮਨਾਂ ਦੇ ਵਿੱਚ ਵਾਸ ਕਰਨ ਦਿਓ ਤੇ ਹਰ ਸਮੇਂ ਧੰਨਵਾਦ ਕਰਦੇ ਰਹੋ। ਜਦੋਂ ਉਹਦੀ ਸ਼ਕਤੀ ਪਰਮੇਸ਼ਰ ਦੀ ਸਾਡੇ ਅੰਦਰ ਹੋਊਗੀ ਤਾਂ ਉਹ ਆਪੇ ਹੀ ਉਹਦੀ ਉਸਤਤ ਤੇ ਉਹਦੀ ਮਹਿਮਾ ਤੇ ਧੰਨਵਾਦ ਪਿਤਾ ਦਾ ਕਰਦੀ ਰਹੇਗੀ ਹਰ ਵੇਲੇ। ਆਪਾਂ ਦੇਖਦੇ ਕਈ ਵਾਰ ਸਾਡਾ ਸੁੱਤਿਆਂ ਦਾ ਅਸੀਂ ਸੁੱਤੇ ਹੁੰਨੇ ਆ ਤੇ ਸਾਨੂੰ ਪਤਾ ਵੀ ਨਹੀਂ, ਸਾਡੀ ਆਤਮਾ ਜਿਹੜੀ ਉਹ ਵਰਸ਼ਿਪ ਕਰ ਰਹੀ ਹੁੰਦੀ, ਗੀਤ ਗਾ ਰਹੇ ਹੁੰਨੇ ਆ। ਇਹਦਾ ਮਤਲਬ ਵੀ ਆਤਮਾ ਪਰਮੇਸ਼ਰ ਪਿਤਾ ਦੇ ਨਾਲ ਜੁੜੀ ਹੋਈ ਆ। ਹਾਲੇਲੂਇਆ। ਧੰਨਵਾਦ ਕਰਦੇ ਉਸ ਪਰਮੇਸ਼ਰ ਦਾ, ਜਿਹਨੇ ਸਾਨੂੰ ਪਾਪੀਆਂ ਨੂੰ ਚੁਣ ਲਿਆ ਤੇ ਸਾਨੂੰ ਆਪਣੇ ਨਾਲ ਆਪਣੇ ਪੁੱਤਰ ਦੇ ਰਾਹੀਂ ਮੇਲ ਕਰਾ ਦਿੱਤਾ। ਹਾਲੇਲੂਇਆ। ਧੰਨਵਾਦ ਕਰਦੇ ਹਾਂ। ਹੁਣ ਆਪਾਂ 7ਵਾਂ ਪੁਆਇੰਟ ਦੇਖਦੇ ਹਾਂ, ਡਿਸਕਸ ਯੂਅਰ ਫੇਥ। ਆਪਣੇ ਵਿਸ਼ਵਾਸ ਬਾਰੇ ਵਿਚਾਰ ਕਰੋ। ਇੱਥੇ ਸਵਾਲ ਉੱਠਦਾ, ਕਿਹਦੇ ਨਾਲ ਵਿਚਾਰ ਕਰੋ? ਆਪਣੇ ਵਿਸ਼ਵਾਸ ਦੇ ਬਾਰੇ ਆਪਾਂ ਸ਼ੇਅਰ ਤਾਂ ਕਰ ਦਿੱਤਾ, ਵਿਚਾਰ ਕਿਹਦੇ ਨਾਲ ਕਰਨਾ? ਪਰਮੇਸ਼ਰ ਦੇ ਨਾਲ, ਆਪਣੇ ਰਚਨਹਾਰੇ ਦੇ ਨਾਲ। ਉਹ ਵੀ ਸਾਡੇ ਵਿਸ਼ਵਾਸ ਨੂੰ ਵਧਾਉਂਦਾ ਆ। ਦੂਜਿਆਂ ਨਾਲ ਸ਼ੇਅਰ ਕਰਨਾ ਵੀ ਵਧਾਉਂਦਾ ਆ, ਆਪਣੀਆਂ ਟੈਸਟਮਨੀਆਂ ਦੇਣਾ ਵੀ ਵਧਾਉਂਦਾ ਆ। ਆਪਾਂ 6ਵੇਂ ਪੁਆਇੰਟ 'ਚ ਦੇਖਿਆ। 7ਵੇਂ ਦੇ ਵਿੱਚ ਆਪਾਂ ਦੇਖਿਆ ਕਿ ਆਪਣੇ ਵਿਸ਼ਵਾਸ ਜਿਹੜਾ ਆ ਉਹ ਪਰਮੇਸ਼ਰ ਦੇ ਨਾਲ ਵੀ ਸ਼ੇਅਰ ਕਰੋ। ਕਿਸ ਤਰ੍ਹਾਂ ਕਰਦੇ? ਬਚਨਾਂ ਦੇ ਨਾਲ, ਗੀਤਾਂ ਦੇ ਨਾਲ, ਗੱਲਾਂ ਦੇ ਨਾਲ,
ਜਿੱਦਾਂ ਹੁਣ ਲਾ ਲਓ ਕਿ ਆਪਾਂ ਪਰਮੇਸ਼ਰ ਦੇ ਨਾਲ ਗੱਲ ਕਰਦੇ ਹਾਂ, ਪ੍ਰਭੂ ਜੀ ਤੇਰੇ ਵਚਨ ਦੇ ਵਿੱਚ ਲਿਖਿਆ ਆ ਕਿ ਤੂੰ ਆਹ ਬਰਕਤ ਦੇਵੇਂਗਾ। ਕੋਈ ਵੀ ਵਚਨ ਬੋਲ ਕੇ ਤੁਸੀਂ ਕਹਿ ਸਕਦੇ ਆ, ਜਿੱਦਾਂ ਆਪਾਂ ਕਹਿ ਸਕਦੇ ਹਾਂ ਪਰਮੇਸ਼ਰ ਕਹਿੰਦਾ ਮਸੀਹ ਦੇ ਵਿੱਚ ਤੁਹਾਡੀ ਦੌੜ ਵਿਅਰਥ ਨਹੀਂ। ਪ੍ਰਭੂ ਜੀ ਤੇਰੇ ਵਚਨ ਦੇ ਵਿੱਚ ਇਹ ਲਿਖਿਆ ਆ ਤੇਰੀ ਦੌੜ ਵਿਅਰਥ ਨਹੀਂ ਗੀ। ਪ੍ਰਭੂ ਜੀ ਮੈਂ ਤੇਰੇ ਵਿੱਚ ਪੂਰੀ ਤਰ੍ਹਾਂ ਵਫਾਦਾਰੀ ਦੇ ਨਾਲ ਚੱਲਦੀ ਹਾਂ, ਮੈਨੂੰ ਵਿਸ਼ਵਾਸ ਆ ਕਿ ਮੇਰੀ ਦੌੜ ਵਿਅਰਥ ਨਹੀਂ ਗੀ। ਤੇ ਪਰਮੇਸ਼ਰ ਦੇ ਵਚਨ ਦੇ ਲਿਖਿਆ ਉਹ ਆਪਣੇ ਖੋਜਣ ਵਾਲਿਆਂ ਨੂੰ ਫਲ ਦਿੰਦਾ ਆ। ਇਦਾਂ ਆਪਾਂ ਕਹਿ ਸਕਦੇ ਪ੍ਰਭੂ ਜੀ ਮੈਂ ਤੈਨੂੰ ਖੋਜਦੀ ਹਾਂ, ਮੈਂ ਤੈਨੂੰ ਢੂੰਡਦੀ ਹਾਂ, ਮੈਂ ਤੈਨੂੰ ਲੱਭਦੀ ਹਾਂ। ਪ੍ਰਭੂ ਜੀ ਇਹਦਾ ਫਲ ਤੂੰ ਮੈਨੂੰ ਕਦੋਂ ਦੇਵੇਂਗਾ? ਪ੍ਰਭੂ ਜੀ ਮੈਂ ਵਿਸ਼ਵਾਸ ਕਰਦੀ ਕਿ ਤੂੰ ਆਪਣੇ ਠਹਿਰਾਏ ਸਮੇਂ ਤੇ ਜ਼ਰੂਰ ਦੇਵੇਂਗਾ। ਆਪਾਂ ਪਰਮੇਸ਼ਰ ਦੇ ਵਚਨਾਂ ਨੂੰ ਬੋਲ ਸਕਦੇ ਪ੍ਰਭੂ ਜੀ ਤੇਰੇ ਵਚਨ ਦੇ ਵਿੱਚ ਲਿਖਿਆ ਕੋਈ ਮਰੀ ਤੇ ਬਿਮਾਰੀ ਤੇਰੇ ਰਹਿਣ ਦੀ ਥਾਂ ਕੋਲ ਨਹੀਂ ਆ ਸਕਦੀ। 91 ਭਜਨ ਦੇ ਵਿੱਚ ਪ੍ਰਭੂ ਜੀ ਤੁਸੀਂ ਇਹ ਬੋਲਿਆ ਆ। ਤੇ ਪ੍ਰਭੂ ਜੀ ਮੈਂ ਵਿਸ਼ਵਾਸ ਕਰਦੀ ਹਾਂ ਕਿ ਮੇਰੇ ਬੱਚਿਆਂ ਨੂੰ, ਮੇਰੇ ਪਤੀ ਨੂੰ, ਮੇਰੇ ਪਰਿਵਾਰ ਨੂੰ, ਮੇਰੇ ਰਿਸ਼ਤੇਦਾਰਾਂ ਨੂੰ, ਮੇਰੇ ਕਲੀਸਿਆਂ ਨੂੰ ਕੋਈ ਮਰੀ ਬਿਮਾਰੀ ਨਹੀਂ ਨੇੜੇ ਆ ਸਕਦੀ, ਕਿਉਂਕਿ ਤੇਰੇ ਵਚਨ ਦੇ ਵਿੱਚ ਲਿਖਿਆ ਆ। ਮੈਂ ਇਹ ਦੁਆ ਕਰਦੀ ਹਾਂ ਜਦੋਂ ਅਸੀਂ ਵਿਸ਼ਵਾਸ ਆਪਣਾ ਪਰਮੇਸ਼ਰ ਦੇ ਨਾਲ ਸਾਂਝਾ ਕਰਦੇ ਉਹਦੇ ਵਚਨਾਂ ਦੇ ਮੁਤਾਬਕ, ਤਾਂ ਪਰਮੇਸ਼ਰ ਖੁਸ਼ ਹੁੰਦਾ ਆ। ਹਾਲੇਲੂਇਆ। ਉਹਦੇ ਨਾਲ ਤਕੜੇ ਵੀ ਹੁੰਨੇ ਅਸੀਂ ਆਪਣੇ ਵਿਸ਼ਵਾਸ ਦੇ ਵਿੱਚ। ਆਮੇਨ। ਤੇ ਜਿਹੜਾ ਵਿਸ਼ਵਾਸ ਅਸੀਂ ਬੋਲਦੇ ਆ ਪਰਮੇਸ਼ਰ ਨਾਲ ਉਹ ਸਾਡੇ ਨਾਲ ਹੋ ਜਾਂਦਾ ਆ। ਹਾਲੇਲੂਇਆ। ਹੁਣ ਆਪਾਂ ਇੱਕ ਵਰਸ ਪੜ੍ਹਦੇ ਆ 2 ਤਮੋਥੀਅਸ 3:16 ਤੇ 17 ਪੜ੍ਹਦੇ ਆ। ਹਰ ਪਵਿੱਤਰ ਗ੍ਰੰਥ ਪਰਮੇਸ਼ਰ ਦੀ ਦੈਵੀ ਪ੍ਰੇਰਨਾ ਦੁਆਰਾ ਰਚਿਆ ਗਿਆ ਹੈ ਅਤੇ ਉਹ ਸਿੱਖਿਆ ਦੇ ਲਈ ਅਤੇ ਹਰ ਤਰ੍ਹਾਂ ਦੇ ਭਲੇ ਜੀਵਨ ਲਈ ਲਾਭਕਾਰੀ ਹੈ। ਹਰ ਇੱਕ ਜਿਹੜੀ ਵੀ ਬਾਈਬਲ ਦੇ ਵਿੱਚ ਕੋਈ ਵੀ ਕਿਤਾਬ ਲਿਖੀ ਗਈ ਆ ਉਹ ਪਵਿੱਤਰ ਆਤਮਾ ਦੀ ਪ੍ਰੇਰਨਾ ਦੇ ਨਾਲ ਲਿਖੀ ਗਈ ਆ। ਹਾਲੇਲੂਇਆ। ਤੇ ਉਹ ਸਿੱਖਿਆ ਦੇ ਲਈ, ਹਰ ਭਲੇ ਕੰਮ ਦੇ ਲਈ ਲਾਭਕਾਰੀ ਆ। ਹੁਣ ਸਾਡੀ ਆਮ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਹੁਣ ਅਸੀਂ ਕੀ ਕਰੀਏ, ਅਸੀਂ ਕਿੱਥੇ ਜਾਈਏ, ਅਸੀਂ ਕਿਹਨੂੰ ਪੁੱਛੀਏ, ਕੀ ਕਰੀਏ। ਸਾਡੀਆਂ ਸਾਰੀਆਂ ਦੌੜਾਂ ਖਤਮ ਹੋ ਜਾਂਦੀਆਂ। ਵਚਨ ਦੇ ਵਿੱਚ ਸਾਡੀ ਜ਼ਿੰਦਗੀ ਲਈ ਕੀ ਸਾਨੂੰ ਕਰਨਾ ਚਾਹੀਦਾ, ਕਿੱਦਾਂ ਰਹਿਣਾ ਚਾਹੀਦਾ, ਕਿੱਦਾਂ ਜੀਣਾ ਚਾਹੀਦਾ, ਕਿੱਦਾਂ ਝੁਕਣਾ ਚਾਹੀਦਾ, ਕਿੱਦਾਂ ਉੱਚੇ ਕੀਤੇ ਜਾਵਾਂਗੇ, ਕਿੱਦਾਂ ਹੀਲਿੰਗ ਲਵਾਂਗੇ, ਕਿੱਦਾਂ ਇਸ ਸੰਸਾਰ 'ਚ ਵਿਚਣਾ, ਕਿੱਦਾਂ ਸਵਰਗ ਦੀ ਤਿਆਰੀ ਕਰਨੀ, ਕਿੱਥੋਂ ਆਏ ਤੇ ਕਿੱਥੇ ਜਾਣਾ, ਸਭ ਕੁਝ ਸਾਡੀ ਜ਼ਿੰਦਗੀ ਦੇ ਵਾਸਤੇ ਲਿਖਿਆ ਹੋਇਆ ਆ ਵਚਨ ਦੇ ਵਿੱਚ। ਹਾਲੇਲੂਇਆ। ਇਸ ਕਰਕੇ ਸਾਨੂੰ ਵਚਨ ਨੂੰ ਪੜ੍ਹਨਾ ਬਹੁਤ ਜ਼ਰੂਰੀ ਆ। ਜਿਹੜੇ ਵੀ ਭੈਣ ਭਰਾ ਵਚਨ ਸੁਣ ਰਹੇ, ਜੇ ਕਦੀ ਕਿਸੇ ਨੇ ਵਚਨ ਨਹੀਂ ਪੜ੍ਹਿਆ, ਜੇ ਕਿ ਉਹਨੂੰ ਪੜ੍ਹਨਾ ਸ਼ੁਰੂ ਕਰੋ। ਤੁਸੀਂ ਵਚਨ ਪੜ੍ਹੋਗੇ ਉਹਦੇ ਵਿੱਚ ਤੁਹਾਨੂੰ ਐਦਾਂ ਦੀ ਸਿੱਖਿਆ ਮਿਲੂਗੀ ਜਿਹੜੀ ਕਿ ਤੁਸੀਂ ਕਹੋਗੇ ਕਿ ਇਹ ਮੈਨੂੰ ਕਿਤੇ ਹੋਰ ਨਹੀਂ ਸੀ ਮਿਲੀ। ਸਾਡੇ ਮਾਂ-ਬਾਪ ਵੀ ਸਾਨੂੰ ਉਹ ਸਿੱਖਿਆ ਨਹੀਂ ਦੇ ਸਕਦੇ ਜਿਹੜੀ ਪਰਮੇਸ਼ਰ ਨੇ ਆਪਣੀ ਆਤਮਾ ਦੇ ਦੁਆਰਾ ਆਪਣੇ ਲੋਕਾਂ ਦੇ ਰਾਹੀਂ, ਆਪਣੇ ਬੰਦਿਆਂ ਦੇ ਰਾਹੀਂ ਇਸ ਪਵਿੱਤਰ ਗ੍ਰੰਥ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਾਸਤੇ ਲਿਖਿਆ ਕਿ ਅਸੀਂ ਧਰਤੀ ਤੇ ਰਹਿੰਦਿਆਂ ਕੋਈ ਗਲਤੀ ਨਾ ਕਰੀਏ ਤੇ ਪਰਮੇਸ਼ਰ ਦੇ ਕੋਲ ਜਾਈਏ। ਅਸੀਂ ਬਾਅਦ ਵਿੱਚ ਨਾ, ਜਿੱਦਾਂ ਮੈਂ ਪਿਛਲੀ ਵਾਰੀ ਸ਼ੇਅਰ ਕੀਤਾ ਸੀ, ਸਾਡੀ ਅਰਦਾਸ ਕਰਾਉਣੀ ਪਵੇ ਕਿ ਇਹ ਸਵਰਗਵਾਸੀ ਹੋਣ, ਬਲਕਿ ਇੱਥੇ ਹੀ ਸਵਰਗ ਦੀ ਤਿਆਰੀ ਕਰੀਏ। ਹਾਲੇਲੂਇਆ। ਆਮੇਨ। ਕਿੰਨੇ ਜਾਣੇ ਚਾਹੁੰਦੇ ਅੱਜ ਸਵਰਗ ਦੀ ਤਿਆਰੀ ਕਰਨਾ? ਹਾਲੇਲੂਇਆ। ਆਮੇਨ। ਮੈਂ ਵਿਸ਼ਵਾਸ ਕਰਦੀ ਆਪਾਂ ਸਾਰੇ ਜਾਣੇ ਚਾਹੁੰਦੇ ਆ ਕਿ ਅਸੀਂ ਸਵਰਗ ਦੇ ਵਿੱਚ ਜਾਈਏ। ਪ੍ਰਭੂ ਯਿਸੂ ਮਸੀਹ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਸਾਡੇ ਲਈ ਸਵਰਗ ਦੇ ਵਿੱਚ ਥਾਂ ਤਿਆਰ ਕਰ ਦਿੱਤੀ ਆ। ਹਾਲੇਲੂਇਆ। ਜਿਹੜਾ ਵਿਸ਼ਵਾਸ ਕਰੇਗਾ ਉਹ ਨਾਸ਼ ਨਹੀਂ ਹੋਵੇਗਾ, ਸਗੋਂ ਹਮੇਸ਼ਾ ਦਾ ਜੀਵਨ ਪ੍ਰਾਪਤ ਕਰੇਗਾ। ਆਮੇਨ। ਹਾਲੇਲੂਇਆ। ਹੁਣ ਆਪਾਂ ਦੇਖਦੇ ਹਾਂ ਕਿ ਵਿਸ਼ਵਾਸ ਇੱਕ ਆਸ ਆ। ਵਿਸ਼ਵਾਸ ਸਾਡੀ ਆਸ ਨੂੰ ਪੈਦਾ ਕਰਦਾ ਆ। ਵਿਸ਼ਵਾਸ ਦੇ ਵਿੱਚ ਉਮੀਦ ਆ। ਹਾਲੇਲੂਇਆ। ਵਿਸ਼ਵਾਸ ਇੱਕ ਅਹਿਸਾਸ ਹੈ, ਵਿਸ਼ਵਾਸ ਇੱਕ ਉਮੀਦ ਹੈ, ਵਿਸ਼ਵਾਸ ਦੇ ਆਧਾਰ ਤੇ ਇੱਕ ਵੇਸ ਬਣਦਾ ਮਸੀਹੀ ਜ਼ਿੰਦਗੀ ਦਾ। ਮੈਂ ਵਿਸ਼ਵਾਸ ਕਰਦੀ ਹਾਂ ਕਿ ਅੱਜ ਤੁਹਾਡਾ ਵਿਸ਼ਵਾਸ ਜਿਹੜਾ ਵਧਿਆ ਹੋਊਗਾ, ਕਿ ਵਿਸ਼ਵਾਸ ਦੇ ਵਿੱਚ ਵਧਣ ਵਾਸਤੇ ਅਸੀਂ ਕੀ ਕਰਨਾ ਸਾਨੂੰ ਜ਼ਰੂਰੀ ਆ। ਜਿਸ ਤਰ੍ਹਾਂ ਆਪਾਂ ਪੁਆਇੰਟ ਜਿਹੜੇ ਸ਼ੇਅਰ ਕੀਤੇ ਆ, ਮੈਂ ਵਿਸ਼ਵਾਸ ਕਰਦੀ ਤੁਹਾਨੂੰ ਸਮਝ ਲੱਗੀ ਹੋਊਗੀ। ਹਾਲੇਲੂਇਆ। ਇਸ ਤਰ੍ਹਾਂ ਮੈਂ ਆਪਣੇ ਜੀਵਨ ਦੇ ਵਿੱਚ ਕੀ ਕਰਦੀ ਆ, ਮੇਰੀ ਜ਼ਿੰਦਗੀ ਦੇ ਵਿੱਚ ਜੋ ਹੋ ਰਿਹਾ ਹੁੰਦਾ ਆ, ਜਿਹਦੇ ਵਿੱਚੋਂ ਮੈਂ ਗੁਜ਼ਰ ਰਹੀ ਹੁੰਨੀ ਆ, ਮੈਂ ਉਹਦੇ ਤੋਂ ਨਹੀਂ ਘਬਰਾਉਂਦੀ, ਪਰ ਮੈਂ ਉਸ ਵਿਸ਼ਵਾਸ ਤੇ ਖੜੀ ਰਹਿੰਦੀ ਆ ਜਿਹੜਾ ਮੇਰਾ ਵਿਸ਼ਵਾਸ ਮਸੀਹ ਯਿਸੂ ਦੇ ਵਿੱਚ ਆ, ਜੋ ਇਸ ਪਵਿੱਤਰ ਗ੍ਰੰਥ ਦੇ ਵਿੱਚ, ਬਾਈਬਲ ਦੇ ਵਿੱਚ ਲਿਖਿਆ ਆ, ਉਹਦੇ ਤੇ ਵਿਸ਼ਵਾਸ ਕਰਦੀ ਆ। ਉਹਦੇ ਵਿੱਚ ਲਿਖਿਆ ਆ ਉਹਨੇ ਤੇਰੀਆਂ ਸਾਰੀਆਂ ਕਮਜ਼ੋਰੀਆਂ ਤਾਂ ਬਿਮਾਰੀਆਂ ਨੂੰ ਮੈਂ ਆਪਣੇ ਉੱਪਰ ਲੈ ਲਿਆ ਆ।
ਮੈਂ ਵਿਸ਼ਵਾਸ ਕਰਦੀ ਹਾਂ ਕਿ ਪਰਮੇਸ਼ਰ ਨੇ ਮੇਰੀਆਂ ਸਾਰੀਆਂ ਕਮਜ਼ੋਰੀਆਂ ਨੂੰ ਖਤਮ ਕਰ ਦਿੱਤਾ ਆ। ਹਾਂ, ਵਿਸ਼ਵਾਸ ਵਿੱਚ ਬਣੇ ਰਹਿਣਾ ਆ, ਵਿਸ਼ਵਾਸ ਤੋਂ ਇੱਧਰ ਉੱਧਰ ਨਹੀਂ ਹੋਣਾ, ਤੇ ਉਹ ਸਾਡੀਆਂ ਕਮਜ਼ੋਰੀਆਂ ਬਿਮਾਰੀਆਂ ਹਮੇਸ਼ਾ ਲਈ ਦੂਰ ਰਹਿਣਗੀਆਂ। ਜਿਸ ਤਰ੍ਹਾਂ ਮੈਂ ਪਹਿਲਾਂ ਸ਼ੇਅਰ ਕੀਤਾ ਸੀ ਕਿ ਵਿਸ਼ਵਾਸ ਜਿਹੜਾ ਇੱਕ ਔਨ ਗੋਇੰਗ ਪ੍ਰੋਜੈਕਟ ਵਾਂਗ ਆ, ਇਹਨੂੰ ਹਮੇਸ਼ਾ ਬਿਲਡ ਰੱਖਣਾ ਪੈਣਾ ਆ, ਇਹਨੂੰ ਬਣਾ ਕੇ ਰੱਖਣਾ ਪੈਣਾ। ਇਹਦੇ ਵਾਸਤੇ ਸਾਨੂੰ ਵਚਨ ਪੜ੍ਹਨਾ ਪੈਣਾ ਤੇ ਇਹਨਾਂ ਪੁਆਇੰਟਸ ਦੇ ਵਿੱਚ ਦੀ ਗੁਜ਼ਰਦੇ ਰਹਿਣਾ ਪੈਣਾ। ਹਾਲੇਲੂਇਆ। ਕਿ ਕਿਸ ਤਰ੍ਹਾਂ ਅਸੀਂ ਵੱਧ ਸਕਦੇ ਹਾਂ, ਕਿੱਦਾਂ ਖੜੇ ਰਹਿ ਸਕਦੇ ਹਾਂ। ਹਾਲੇਲੂਇਆ। ਮੇਰਾ ਵਿਸ਼ਵਾਸ ਕੀ ਕਹਿੰਦਾ ਆ? ਡਾਕਟਰ ਕਹਿੰਦੇ ਮੈਂ ਤੂੰ ਬਿਮਾਰ ਆ, ਮੇਰਾ ਵਿਸ਼ਵਾਸ ਹਰ ਵੇਲੇ ਕਹਿੰਦਾ ਕਿ ਮੈਂ ਠੀਕ ਆ। ਦੁਖਦਾ ਕਰਦਾ ਉੱਠ ਕੇ ਝਿੜਕ ਕੇ ਉੱਠ ਕੇ ਦੇਖੋ, ਤੁਸੀਂ ਠੀਕ ਹੋਵੋਗੇ। ਸਰੀਰ ਕਹਿੰਦਾ ਤੂੰ ਕਮਜ਼ੋਰ ਆ, ਪਰ ਆਤਮਾ ਕਹਿੰਦੀ ਮੈਂ ਤਕੜਾ ਆ। ਆਤਮਾ ਦੇ ਜ਼ੋਰ ਨਾਲ ਜਦੋਂ ਅਸੀਂ ਉੱਠ ਕੇ ਖੜੇ ਹੁੰਨੇ ਆ ਤੇ ਜਿਹੜੀ ਸਰੀਰ ਦੀ ਕਮਜ਼ੋਰੀ ਉਹ ਖਤਮ ਹੋ ਜਾਂਦੀ ਆ। ਇਹ ਵਚਨ ਦੇ ਰਾਹੀਂ ਸਾਨੂੰ ਪਤਾ ਲੱਗਦਾ, ਇਹ ਦੁਆਵਾਂ ਦੇ ਰਾਹੀਂ ਸਾਨੂੰ ਪਤਾ ਲੱਗਦਾ, ਇਹ ਸਾਨੂੰ ਪਵਿੱਤਰ ਆਤਮਾ ਦੀ ਰੂਹ ਦੇ ਵਿੱਚ ਜਦੋਂ ਅਸੀਂ ਦੁਆਵਾਂ ਕਰਦੇ ਹਾਂ, ਸਾਡਾ ਆਤਮਾ ਜਿਹੜਾ ਤਕੜਾ ਹੁੰਦਾ ਆ। ਅਸੀਂ ਆਪਣੀ ਆਤਮਾ ਦੀ ਆਪਣੇ ਆਪ ਦੀ ਉਸਾਰੀ ਕਰਦੇ ਹਾਂ। ਇਸ ਕਰਕੇ ਸਾਨੂੰ ਹਰ ਵੇਲੇ ਪ੍ਰਾਰਥਨਾ 'ਚ ਆਤਮਾ ਦੇ ਵਿੱਚ ਦੁਆ ਕਰਦੇ ਰਹਿਣਾ ਚਾਹੀਦਾ ਆ। ਜਿਸ ਤਰ੍ਹਾਂ ਪੌਲੁਸ ਨੇ ਲਿਖਿਆ ਕਿ ਮੈਂ ਹਰ ਵੇਲੇ ਆਤਮਾ 'ਚ ਦੁਆ ਕਰਦਾ ਰਹਿਣਾ ਆ। ਸ਼ੈਤਾਨ ਕਈ ਵਾਰ ਰੁਕਾਵਟ ਪਾਉਂਦਾ ਕਿ ਆਪਾਂ ਆਤਮਾ 'ਚ ਦੁਆ ਨਾ ਕਰ ਸਕੀਏ, ਪਰ ਭੈਣੋ ਤੇ ਭਰਾਵੋ ਬਹੁਤ ਜ਼ਰੂਰੀ ਆ। ਜਿਸ ਤਰ੍ਹਾਂ ਸਾਡੇ ਪਾਸਟਰ ਜੀ ਨੇ ਸਾਨੂੰ ਸਿਖਾਇਆ ਕਿ ਹਰ ਵੇਲੇ ਆਤਮਾ 'ਚ ਦੁਆ ਕਰਦੇ ਰਹੋ, ਕਿਉਂਕਿ ਆਤਮਾ ਤਕੜੀ ਆ ਤਾਂ ਸਰੀਰ ਕਾਬੂ ਵਿੱਚ ਪਾਇਆ ਜਾ ਸਕਦਾ ਹੈ। ਹਾਲੇਲੂਇਆ। ਤਾਂ ਜਦੋਂ ਅਸੀਂ ਵਿਸ਼ਵਾਸ ਕਰਦੇ ਤਾਂ ਕਿਰਿਆ ਚਾਹੁੰਦੇ, ਐਕਸ਼ਨ ਚਾਹੁੰਦੇ ਆ, ਤੇ ਜਿਹੜਾ ਸਾਡਾ ਐਕਸ਼ਨ ਆ ਉਹ ਨਤੀਜੇ ਤੇ ਨਤੀਜਾ ਲੈ ਕੇ ਆਉਂਦਾ। ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਇਹਨਾਂ 7 ਪੁਆਇੰਟਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ। ਇਹ 7 ਪੁਆਇੰਟ ਜਿਹੜੇ ਆ, ਪਹਿਲਾਂ ਤਾਂ ਆਪਾਂ ਕੀ ਕਰਨਾ ਆ? ਆਪਣੇ ਫੀਡ ਕਰਨਾ ਆ ਆਪਣੇ ਆਤਮਾ ਨੂੰ ਵਚਨ ਦੇ ਦੁਆਰਾ। ਫਿਰ ਉਹਦੀ ਐਕਸਰਸਾਈਜ਼ ਕਰਨੀ ਆ, ਫਿਰ ਉਹਨੂੰ ਬੋਲਣਾ ਆ, ਫਿਰ ਉਹਨੂੰ ਨੈਗੇਟਿਵਿਟੀ ਤੋਂ ਬਚਾਉਣਾ ਆ, ਸ਼ੱਕ ਨਹੀਂ ਕਰਨਾ, ਉਹਨੂੰ ਤਕੜਾ ਕਰਨਾ ਆ। ਫਿਰ ਕੀ ਕਰਨਾ? ਬਲੀਵ ਕਰਨਾ ਕਿ ਪਰਮੇਸ਼ਰ ਦੇ ਵਿੱਚ ਸਭ ਕੁਝ ਸੰਭਵ ਹੈ। ਹਾਲੇਲੂਇਆ। ਫਿਰ ਦੂਜਿਆਂ ਨਾਲ ਆਪਣੇ ਵਿਸ਼ਵਾਸ ਨੂੰ, ਆਪਣੀਆਂ ਗਵਾਹੀਆਂ ਨੂੰ ਸ਼ੇਅਰ ਕਰਨਾ ਆ। ਫਿਰ ਕੀ ਕਰਨਾ? ਡਿਸਕਸ ਕਰਨਾ ਆਪਣਾ ਫੇਥ ਜਿਹੜਾ ਪਰਮੇਸ਼ਰ ਦੇ ਨਾਲ, ਉਸ ਰਚਨਹਾਰੇ ਦੇ ਨਾਲ ਜਿਹਨੇ ਤੁਹਾਨੂੰ ਬਣਾਇਆ ਆ। ਹਾਲੇਲੂਇਆ। ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਅੱਜ ਸਾਰਿਆਂ ਨੇ ਬਹੁਤ ਬਰਕਤ ਪਾਈ ਹੋਊਗੀ, ਕਿਉਂਕਿ ਜਦੋਂ ਮੈਂ ਇਸ ਵਚਨ ਨੂੰ ਪੜ੍ਹ ਰਹੀ ਸੀ, ਤਿਆਰ ਕਰ ਰਹੀ ਸੀ, ਮੈਂ ਵੀ ਬਹੁਤ ਬਰਕਤ ਪਾਈ ਆ। ਕਿੰਨੇ ਕਠਨ ਪਰਤਾਵੇ ਆਏ ਇਸ ਵਚਨ ਨੂੰ ਤਿਆਰ ਕਰਦੇ ਸਮੇਂ। ਕਿੰਨੀਆਂ ਸਿਚੁਏਸ਼ਨਾਂ ਜਿੱਦਾਂ ਹੈਲਥ ਦੀਆਂ ਹੋਈਆਂ ਕਿ ਕਿਸੇ ਤਰ੍ਹਾਂ ਮੇਰਾ ਵਿਸ਼ਵਾਸ ਜਿਹੜਾ ਢਿੱਲਾ ਪੈ ਜਾਵੇ ਕਿ ਮੈਂ ਨਹੀਂ ਕਰ ਸਕਦੀ ਜਾਂ ਕਿੱਦਾਂ ਨਹੀਂ ਹੋ ਸਕਦਾ, ਪਰ ਵਚਨ ਜਿਹੜਾ ਆ ਉਹ ਤਕੜਾ ਕਰਦਾ। ਮੇਰਾ ਵਿਸ਼ਵਾਸ ਪੂਰਾ ਸੀ ਕਿ ਮੈਂ ਅੱਜ ਹੀ ਪਰਮੇਸ਼ਰ ਦਾ ਵਚਨ ਪ੍ਰਚਾਰ ਕਰਾਂਗੀ, ਕਿਉਂਕਿ ਜਿਹੜਾ ਮੇਰੇ ਅੰਦਰ ਆ ਉਹ ਜ਼ੋਰਾਵਰ ਆ। ਉਹ ਅਸੰਭਵ ਨੂੰ ਸੰਭਵ ਬਣਾਉਣ ਵਾਲਾ ਪਰਮੇਸ਼ਰ ਕੌਣ ਆ? ਪ੍ਰਭੂ ਯਿਸੂ ਮਸੀਹ। ਮੇਰਾ ਵਿਸ਼ਵਾਸ ਉਹਦੇ ਤੇ ਆ। ਹਾਲੇਲੂਇਆ। ਮੈਂ ਕਦੀ ਨਹੀਂ ਡਰਾਂਗੀ, ਕਦੀ ਨਹੀਂ ਅੱਕਾਂਗੀ, ਕਦੀ ਨਹੀਂ ਥੱਕਾਂਗੀ। ਰਹਿੰਦੀ ਦੁਨੀਆ ਜ਼ਿੰਦਗੀ ਤੱਕ ਆਪਣੇ ਪਰਮੇਸ਼ਰ ਦਾ ਨਾਮ ਉੱਚਾ ਕਰਦੀ ਰਵਾਂਗੀ। ਹਾਲੇਲੂਇਆ। ਹਾਲੇਲੂਇਆ। ਐਂਡ ਵਿੱਚ ਮੈਂ ਪੜ੍ਹਦੀ ਹਾਂ, ਕਿਸੇ ਨੇ ਕਿਹਾ ਆ, ਸਟਰੋਂਗ ਫੇਥ ਇਨ ਗॉड ਕੀ ਟੂ ਯੂਅਰ ਮਿਰੇਕਲਸ। ਸਟਰੋਂਗ ਫੇਥ ਇਨ ਗॉड ਕੀ ਟੂ ਯੂਅਰ ਮਿਰੇਕਲਸ। ਹਾਲੇਲੂਇਆ। ਇੱਕ ਤਕੜਾ ਵਿਸ਼ਵਾਸ ਜਿਹੜਾ ਆ ਉਹ ਤੁਹਾਡੇ ਚਮਤਕਾਰਾਂ ਦੀ ਚਾਬੀ ਆ। ਇਸ ਕਰਕੇ ਆਪਣੇ ਵਿਸ਼ਵਾਸ ਨੂੰ ਤਕੜਾ ਕਰੀਏ ਤੇ ਚਮਤਕਾਰ ਆਪਣੀ ਜ਼ਿੰਦਗੀ ਦੇ ਵਿੱਚ ਲੈ ਸਕੀਏ। ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਜੈ ਮਸੀਹ ਦੀ ਸਾਰਿਆਂ ਨੂੰ। ਗॉड ਬlesਸ ਯੂ ਆਲ। ਆਮੇਨ।